हाँ जी, गुड इवनिंग, नमस्ते, सत श्री अकाल, आदाब, जय श्री राम, जय हिंद। ਜਿਹੜੇ ਜਿਹੜੇ ਦੋਸਤ ਲਾਈਵ ਤੇ ਫੇਸਬੁੱਕ ਤੇ ਨੇ ਇਸ ਟਾਈਮ ਨਾਲ ਦੇਖ ਰਹੇ ਨੇ, ਫੇਸਬੁੱਕ ਚਲਾ ਰਹੇ ਨੇ, ਆ ਜਾਣ। ਅੱਜ ਫਿਰ ਇੱਕ ਹੋਰ ਤੁਹਾਨੂੰ ਲੁਧਿਆਣੇ ਦੇ ਸਕੈਮ ਦੇ ਬਾਰੇ ਦੱਸਦੇ ਹਾਂ। ਬੜਾ ਚਰਚਾ 'ਚ ਬਣਿਆ ਹੋਇਆ ਇਹ ਸਕੈਮ। ਅਖਬਾਰ ਦੇ ਵਿੱਚ ਲਗਾਉਣ ਦੇ ਨਾਲ ਮੈਂ ਤੁਹਾਡੇ ਮੁਖਾਤਿਬ ਵੀ ਹੁੰਦਾ ਰਹਿਣਾ, ਉਹ ਇਸ ਕਰਕੇ ਕਿ ਅਖਬਾਰ ਦੇ ਵਿੱਚ ਬਹੁਤ ਸਾਰੀਆਂ ਲਿਮੀਟੇਸ਼ਨਸ ਹੁੰਦੀਆਂ ਸਾਡੀਆਂ, ਕਈ ਚੀਜ਼ਾਂ ਅਸੀਂ ਨਹੀਂ ਉਸ ਤਰ੍ਹਾਂ ਲਿਖ ਪਾਉਂਦੇ, ਲੇਕਿਨ ਲਾਈਵ 'ਚ ਤੁਹਾਡੇ ਰੂਬਰੂ ਹੋ ਕੇ ਸਾਰੀਆਂ ਚੀਜ਼ਾਂ ਦੱਸ ਦਿੰਦੇ ਹੈਗੇ ਆ। ਔਰ ਫੈਸਲਾ ਜਿਹੜਾ ਹੈਗਾ ਉਹ ਤੁਹਾਡੇ ਹੱਥ 'ਚ ਹੁੰਦਾ, ਕਿਉਂਕਿ ਜਿਹੜੀ ਜ਼ਿੰਮੇਵਾਰੀ ਐਜ਼ ਏ ਜਰਨਲਿਸਟ ਸਾਡੀ ਲੱਗੀ ਹੋਈ ਹੈ, ਪਰਮਾਤਮਾ ਨੇ ਲਗਾਈ ਹੈ ਜਾਂ ਤੁਸੀਂ ਪਸੰਦ ਕਰਦੇ ਹੋ, ਉਹਦੇ ਕਰਕੇ ਮੈਂ ਜਿਹੜੀਆਂ ਚੀਜ਼ਾਂ ਜਿਹੜੇ ਸਕੈਮ ਮੈਂ ਕੱਢੇ ਹੋਏ ਨੇ ਜਾਂ ਜਿਹੜੇ ਮੈਂ ਕੱਢਦਾ ਵਾਂ ਜਾਂ ਜਿਹੜੇ ਬਰਨਿੰਗ ਇਸ਼ੂ ਹੁੰਦੇ ਨੇ, ਉਹ ਮੈਂ ਤੁਹਾਡੀ ਅਦਾਲਤ ਦੇ ਵਿੱਚ ਰੱਖ ਦਿੰਦਾ। ਕਿਉਂਕਿ ਜਿਹੜਾ ਦੇਸ਼ ਦਾ ਜੁਡੀਸ਼ਰੀ ਸਿਸਟਮ ਹੈ ਜਾਂ ਜਿਹੜਾ ਦੇਸ਼ ਦਾ ਸਿਸਟਮ ਹੈ ਬਿਊਰੋਕ੍ਰੇਸੀ ਦਾ, ਉਹ ਬੜਾ ਲੇਜ਼ੀ ਔਰ ਬੜਾ ਅਨਜਸਟਿਸਫੁਲ ਔਰ ਬੜਾ ਸ਼ੇਮਫੁਲ ਹੈਗਾ ਵੈ। ਜਿਹੜਾ ਦਫ਼ਤਰਾਂ ਦੇ ਵਿੱਚ ਜ਼ਿਆਦਾ ਵੈ, ਅਦਾਲਤਾਂ ਦੀ ਗੱਲ ਨਹੀਂ ਮੈਂ ਕਰ ਰਿਹਾ, ਦਫ਼ਤਰਾਂ ਦੇ ਵਿੱਚ ਜ਼ਿਆਦਾ ਵੈ। ਕਿਸ ਤਰ੍ਹਾਂ ਸਾਰੇ ਕਾਨੂੰਨ ਜਿਹੜੇ ਸੰਵਿਧਾਨ ਦੇ ਦਾਇਰੇ 'ਚ ਸਾਨੂੰ ਇਨਸਾਨ ਨੂੰ ਇਨਸਾਨ ਬਣਾਉਣ ਦੇ ਲਈ, ਇੱਕ ਸਮਾਜ ਨੂੰ ਸੱਭਿਅ ਰੱਖਣ ਦੇ ਲਈ ਜਿਹੜੇ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਜਿਹੜੇ ਕਾਨੂੰਨ ਬਣਾਏ ਸੀ, ਇਹਨਾਂ ਕਾਨੂੰਨਾਂ ਦਾ ਉਲੰਘਣ ਕਰਨ ਤੋਂ ਆਮ ਇਨਸਾਨ ਕਿਸ ਤਰ੍ਹਾਂ ਡਰਦਾ, ਔਰ ਕਿਤੇ ਗਲਤੀ ਨਾਲ ਅਗਰ ਉਹ ਇੱਕ ਵਾਇਲੇਸ਼ਨ ਛੋਟੀ ਜਿਹੀ ਵੀ ਕਰ ਦਿੰਦਾ, ਮੰਨ ਲਓ ਆਈ ਮੀਨ ਟੂ ਸੇ ਆਪਾਂ ਬੈਲਟ ਨਹੀਂ ਲਗਾਉਂਦੇ ਜਾਂ ਫੋਨ, ਸਕੂਟਰ, ਮੋਟਰਸਾਈਕਲ, ਕਾਰ ਚਲਾਉਂਦੇ ਆ ਸੁਣਦੇ ਆ, ਅਤੇ ਡਰਦੇ ਵੀ ਹੈਗੇ ਆਪਾਂ, ਡਰਦੇ ਸੁਣਦੇ ਹਾਂ, ਜਾਂ ਬੈਲਟ ਨਹੀਂ ਲਗਾਉਂਦੇ ਜਾਂ ਨਾਕਾ ਦੇਖ ਕੇ ਆਪਾਂ ਲਗਾ ਲੈਂਦੇ ਹਾਂ ਜਾਂ ਹੈਲਮਟ ਨਹੀਂ ਪਾਉਂਦੇ ਅਤੇ ਸਾਡਾ ਚਲਾਨ ਹੋ ਜਾਂਦਾ। ਲੇਕਿਨ ਇਹ ਜਿਹੜੇ ਆਫਿਸਰਸ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸਮਾਜ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖਣਾ, ਸਮਾਜ ਨੂੰ ਕਾਨੂੰਨ ਸਿਖਾਉਣਾ, ਉਹਨਾਂ ਨੂੰ ਇਹ ਅਧਿਕਾਰ ਮਿਲਿਆ ਹੋਇਆ, ਉਹਨਾਂ ਨੂੰ ਇਹ ਪਾਵਰਸ ਮਿਲੀਆਂ ਹੋਈਆਂ ਵੈ, ਉਹੀ ਅਫਸਰ ਕਿਸ ਤਰ੍ਹਾਂ ਸਾਰੇ ਨਿਯਮਾਂ ਦੇ ਰਾਖੇ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਉਹ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ, ਇਹ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਆਮ ਇਨਸਾਨ ਜਿਹੜਾ ਆਮ ਪਬਲਿਕ ਹੈ ਮੇਰੇ ਤੁਹਾਡੇ ਵਰਗੀ, ਉਹਦੇ ਵਾਸਤੇ ਇੱਕ ਛੋਟੀ ਜਿਹੀ ਵਾਇਲੇਸ਼ਨ ਵੀ ਬੜਾ ਵੱਡਾ ਮੁੱਦਾ ਹੋ ਸਕਦੀ ਹੈ, ਗੰਭੀਰ ਮੁੱਦਾ ਹੋ ਸਕਦੀ ਹੈ। ਅਤੇ ਜਿਹੜੇ ਆਫਿਸਰਸ ਹੈ ਜਿਹੜੇ ਅਸਲ ਦੇ ਵਿੱਚ ਜਿਹੜੇ ਰਾਖੇ ਹੈ, ਜਿਨ੍ਹਾਂ ਦੀ ਪੈਨ 'ਚ ਸਾਡੀ ਸਰਕਾਰ ਨੇ, ਸਾਡੇ ਲੋਕਤੰਤਰ ਨੇ ਉਹਨਾਂ ਨੂੰ ਬਹੁਤ ਪਾਵਰ ਦਿੱਤੀ ਹੋਈ ਹੈ, ਉਹ ਕਿਸ ਤਰ੍ਹਾਂ ਦੇ ਨਾਲ ਜਾਣ ਬੁੱਝ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ। ਕਿਹਦੇ ਵਾਸਤੇ? ਸਿਰਫ ਕਰਪਸ਼ਨ ਕਰਨ ਵਾਸਤੇ, ਪੈਸੇ ਕਮਾਉਣ ਵਾਸਤੇ। ਅੱਜ ਦਾ ਜਿਹੜਾ ਮੁੱਦਾ ਮੈਂ ਤੁਹਾਨੂੰ ਦੱਸਣ ਜਾ ਰਿਹਾ, ਇਹ ਮੈਂ 2019 'ਚ ਜਿਸ ਤਰ੍ਹਾਂ ਚੂੜਪੁਰ ਦਾ ਇੱਕ ਆਪਾਂ ਲੈਂਡ ਸਕੈਮ ਮੈਂ ਤੁਹਾਡੇ ਨਾਲ 2 ਵਾਰੀ ਸ਼ੇਅਰ ਕਰ ਚੁੱਕਾ ਹੋਇਆ ਵਾਂ, ਉਸੇ ਤਰ੍ਹਾਂ ਇਹ ਉਸੇ ਸਾਲ ਦੇ ਵਿੱਚ ਇੱਕ ਸਕੈਮ ਬ੍ਰੇਕ ਕੀਤਾ ਸੀਗਾ ਲੋਹ ਲੰਗਰ ਦੀ ਜ਼ਮੀਨ ਦਾ। ਤੁਹਾਨੂੰ ਪਤਾ ਹੋਏਗਾ, ਅੱਜ ਕੱਲ੍ਹ ਤੁਸੀਂ ਅਖਬਾਰਾਂ 'ਚ ਵੀ ਪੜ੍ਹਦੇ ਹੋਵੋਗੇ ਕਿ ਗੈਸਪੁਰੇ ਦੇ ਕੋਲ ਜਸਪਾਲ ਬਾਂਗੜ 'ਚ ਇੱਥੇ ਲੋਹ ਲੰਗਰ ਦੀਆਂ ਜਾਣੀ ਕਿ ਦਾਨ ਦੀ ਦਿੱਤੀ ਹੋਈ ਜ਼ਮੀਨ ਹੈਗੀ ਵੈ, ਜਿਹੜੀ ਕਿ ਇੱਕ ਲੋਹ ਲੰਗਰ ਗੁਰਦੁਆਰਾ ਸਾਹਿਬ ਸੀਗਾ ਉਹਦੇ ਨਾਲ ਰਿਲੇਟਡ ਸੀ। ਪੁਰਾਣੇ ਟਾਈਮ ਦੇ ਵਿੱਚ ਉਹਨਾਂ ਨੂੰ ਲਗਭਗ ਲੁਧਿਆਣੇ ਦੀ ਅਸੀਂ ਗੱਲ ਕਰੀਏ ਤੇ 16 ਪਿੰਡ ਇੱਦਾਂ ਦੇ ਆ ਲੁਧਿਆਣੇ ਦੇ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕੋਲ ਸੈਂਕੜੇ ਏਕੜਾਂ ਦੇ ਹਿਸਾਬ ਦੇ ਨਾਲ ਲੈਂਡ ਸੀਗੀ। ਲੋਹ ਲੰਗਰ ਦੇ ਵਿੱਚ ਦਾਨ ਦਾ ਮਤਲਬ ਸੀਗਾ ਕਿ ਇਹ ਜਿਹੜੀ ਦਾਨ ਦੀ ਜ਼ਮੀਨ ਹੈ, ਇੱਥੇ ਉੱਗਣ ਵਾਲਾ ਜਿਹੜਾ ਅੰਨ ਹੈ ਉਹ ਗਰੀਬ ਲੋਕਾਂ ਦੇ ਮੂੰਹ 'ਚ ਜਾਏਗਾ, ਉਹਨਾਂ ਦੀ ਮਦਦ ਕਰੇਗਾ। ਲੇਕਿਨ ਸਮੇਂ ਦੇ ਨਾਲ ਨਾਲ ਕਿਸ ਤਰ੍ਹਾਂ ਜ਼ਮੀਨਾਂ ਦੇ ਰੇਟ ਵਧੇ ਔਰ ਇਹ ਜਿਹੜੀਆਂ ਦਾਨ ਦੀਆਂ ਜ਼ਮੀਨਾਂ ਸੀਗੀਆਂ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੋ ਗਈ, ਉਹਨਾਂ ਜ਼ਮੀਨਾਂ ਦੇ ਉੱਪਰ ਕਿਸ ਤਰ੍ਹਾਂ ਮਾਫੀਆ ਨੇ ਸ਼ਿਕੰਜਾ ਕੱਸਿਆ। ਉਹਨਾਂ ਦੇ ਮਦਦਗਾਰ ਬਣੇ ਆਫਿਸਰਸ, ਰੈਵਨਿਊ ਆਫਿਸਰਸ, ਔਰ ਕਿਸ ਤਰ੍ਹਾਂ ਉਹ ਦਾਨ ਦੀਆਂ ਗੁਰੂ ਮਹਾਰਾਜ ਦੇ ਘਰ ਦੀਆਂ ਜ਼ਮੀਨਾਂ ਜਿਨ੍ਹਾਂ ਦੀ ਮਾਲਕੀ ਗੁਰੂ ਮਹਾਰਾਜ ਦੇ ਨਾਮ 'ਤੇ ਹੈ, ਜਿਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ, ਕੋਈ ਟਰਸਟ ਦੀ ਜਾਂ ਕੋਈ ਦਾਨ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਹਨੂੰ ਕਾਨੂੰਨ 'ਚ ਕੋਈ ਪ੍ਰਾਵਧਾਨ ਨਹੀਂ ਹੈਗਾ ਉਹਨੂੰ ਵੇਚਣ ਦਾ, ਉਹਨੂੰ ਕਿਸ ਤਰ੍ਹਾਂ ਰੈਵਨਿਊ ਰਿਕਾਰਡ ਦੇ ਵਿੱਚ ਵਿਦਆਊਟ ਰੈਵਨਿਊ ਆਫਿਸਰ ਤਾਂ
ਇਹ ਕੁਝ ਹੋ ਨਹੀਂ ਸਕਦਾ। ਔਰ ਤੁਸੀਂ ਦੇਖੋ ਕਿ ਨਾ ਰੱਬ ਤੋਂ ਡਰਦੇ ਆ, ਨਾ ਕਾਨੂੰਨ ਤੋਂ ਡਰਦੇ ਆ, ਨਾ ਸਰਕਾਰ ਤੋਂ ਡਰਦੇ ਆ, ਨਾ ਆਪਣੀ ਆਤਮਾ ਤੋਂ ਡਰਦੇ ਆ। ਕਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਅੱਜ ਤੁਹਾਡੇ ਨਾਲ ਗੱਲ ਕਰਾਂਗੇ ਲੋਹ ਲੰਗਰ ਦੇ ਨਾਲ ਸੰਬੰਧਿਤ ਲੈਂਡ ਦੀ। ਪਹਿਲਾਂ ਮੈਂ ਤੁਹਾਨੂੰ ਇਹਦੀ ਹਿਸਟਰੀ ਥੋੜੀ ਜਿਹੀ ਦੱਸ ਦਿੰਦਾ। ਇਹ ਐਕਚੁਅਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਹੈ ਲੋਹ ਲੰਗਰ ਦੀ। ਲੁਧਿਆਣੇ ਦੇ ਵਿੱਚ 16 ਦੇ ਕਰੀਬ ਇੱਦਾਂ ਦੇ ਪਿੰਡ ਨੇ, ਜਿੱਦਾਂ ਗੈਸਪੁਰਾ ਹੋ ਗਿਆ, ਗਰੀਬ ਨਗਰੀ ਹੋ ਗਈ, ਜਸਪਾਲ ਮੰਗੜ ਹੋ ਗਿਆ, ਆਲਮਗੀਰ ਹੋ ਗਿਆ, ਮਾਡਲ ਟਾਊਨ ਐਕਸਟੈਂਸ਼ਨ ਵਾਲਾ ਏਰੀਆ ਹੋ ਗਿਆ। ਇਹ ਏਰੀਏ ਜਿਹੜੇ ਹੁਣ ਸ਼ਹਿਰ ਦੇ ਵਿੱਚ ਆ ਚੁੱਕੇ ਹੋਏ ਨੇ, ਇਹਨਾਂ ਏਰੀਆ ਦੇ ਵਿੱਚ ਏਕੜ ਕਈ ਏਕੜ ਦੇ ਹਿਸਾਬ ਨਾਲ ਉਹ ਜ਼ਮੀਨਾਂ ਪਈਆਂ ਹੋਈਆਂ ਨੇ। ਇਹ ਜ਼ਮੀਨਾਂ ਜਿਹੜੀਆਂ ਲੋਹਗੜ੍ਹ ਗੁਰਦੁਆਰਾ ਸਾਹਿਬ ਦੀ ਟਰਸਟ ਦੇ ਨਾਮ ਤੇ ਰਜਿਸਟਰਡ ਨੇ। ਇਹਨਾਂ ਨੂੰ 2019 ਦੇ ਵਿੱਚ ਕਿਸ ਤਰ੍ਹਾਂ ਲੈਂਡ ਮਾਫੀਆ ਔਰ ਰੈਵਨਿਊ ਅਫਸਰਾਂ ਦਾ ਜਿਹੜਾ ਝੁੰਡ ਸੀਗਾ, ਉਹਨੇ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਹੜਪਣ ਦੇ ਲਈ ਕਿਸ ਤਰ੍ਹਾਂ ਸਾਜ਼ਿਸ਼ ਰਚੀ, ਉਹਨੂੰ ਅਮਲੀ ਜਾਮਾ ਪਹਿਨਾਇਆ। ਉਹ ਅਮਲੀ ਜਾਮਾ ਜਿਹੜਾ ਉਹਨਾਂ ਨੇ ਰੈਵਨਿਊ ਰਿਕਾਰਡ 'ਚ ਛੇੜਛਾੜ ਕਰਕੇ ਬਣਾਇਆ ਸਾਰਾ ਉਹਨਾਂ ਨੇ ਸਕੈਮ। ਉਹ ਸਕੈਮ ਜਦੋਂ ਮੇਰੇ ਵੱਲੋਂ 2019 'ਚ ਮੈਂ ਉਹਨੂੰ ਬ੍ਰੇਕ ਕੀਤਾ, ਮੇਰੇ ਕੋਲੇ ਉਸ ਲੋਹਗੜ੍ਹ ਗੁਰਦੁਆਰਾ ਸਾਹਿਬ ਦੇ ਨਾਲ ਰਿਲੇਟਡ ਜਿਹੜੇ ਹੁਣ ਗੱਦੀ ਨਸ਼ੀਨ ਹੈ ਉਹ ਮੇਰੇ ਕੋਲ ਆਏ, ਮੈਂ ਉਹਨੂੰ ਬ੍ਰੇਕ ਕੀਤਾ। ਉਹਦੇ ਤੇ SDM ਹੈ, DC ਜਿਹੜੇ ਸੀ ਉਹਨਾਂ ਨੇ SDM ਦੀ ਡਿਊਟੀ ਲਗਾਈ। SDM ਨੇ ਉਹਦੀ ਰਿਪੋਰਟ ਬਣਾ ਦਿੱਤੀ ਹੈ, ਮੇਰੇ ਹੱਥ 'ਚ ਰਿਪੋਰਟ ਹੈ, ਤੁਸੀਂ ਪੜ੍ਹ ਸਕਦੇ ਹੋਵੋਗੇ। ਦਫ਼ਤਰ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੱਛਮੀ। ਇਹ ਰਿਪੋਰਟ ਜਿਹੜੀ ਬਣੀ ਹੋਈ ਹੈ ਜੀ, ਇਹ ਬਣੀ ਹੋਈ ਹੈ 2019 ਲਾਸਟ ਦੇ ਵਿੱਚ, 10/12/2019 ਦੀ ਰਿਪੋਰਟ ਹੈ। ਹੁਣ ਤੁਹਾਨੂੰ ਦੱਸਦੇ ਹਾਂ ਵੀ ਇਹਦੇ 'ਚ ਕੀਤਾ ਕੀ ਗਿਆ। ਅਸਲ ਦੇ ਵਿੱਚ 1968 ਦੇ ਵਿੱਚ ਜਿਹੜੀ ਲੋਹਗੜ੍ਹ ਗੁਰਦੁਆਰਾ ਸਾਹਿਬ ਦੀ ਜਿਹੜੀ ਟਰਸਟ ਹੈ, ਉਹਦੇ ਤੇ ਜਸਬੀਰ ਚੰਦ ਨਾਮ ਦੇ ਜਿਹੜੇ ਸ਼ਖਸ ਸੀਗੇ, ਉਹ ਗੱਦੀ ਨਸ਼ੀਨ ਹੋਏ। ਉਹ ਗੱਦੀ ਨਸ਼ੀਨ ਹੋ ਗਏ ਤੇ ਰੈਵਨਿਊ ਰਿਕਾਰਡ ਦੇ ਵਿੱਚ ਉਹਨਾਂ ਨੂੰ ਲੋਹਗੜ੍ਹ ਗੁਰਦੁਆਰਾ ਸਾਹਿਬ ਦੇ ਅਧੀਨ ਰੈਵਨਿਊ ਰਿਕਾਰਡ 'ਚ ਪੈਂਦੀਆਂ ਜਿੰਨੀਆਂ ਜ਼ਮੀਨਾਂ ਸੀ ਪੰਜਾਬ 'ਚ, ਲੁਧਿਆਣਾ 'ਚ, ਅਲੱਗ-ਅਲੱਗ ਪਿੰਡਾਂ 'ਚ, ਉਹ ਜ਼ਮੀਨਾਂ ਦਾ ਮੁਹਤਮੀਮ ਮੁਹਤਮੀਮ ਹੁੰਦਾ ਕੇਅਰ ਟੇਕਰ, ਵੀ ਸਾਂਭ ਸੰਭਾਲ ਕਰਨ ਵਾਲਾ, ਉਹ ਬਣਾ ਦਿੱਤਾ ਜਾਂਦਾ ਉਹਨਾਂ ਨੂੰ। 1968 ਦੇ ਵਿੱਚ ਹਾਈ ਕੋਰਟ ਦੇ ਆਰਡਰ ਆਉਂਦੇ ਨੇ ਵੀ ਇਹਨਾਂ ਨੂੰ ਮੁਹਤਮੀਮ ਬਣਾਤਾ ਜਾਵੇ, ਲੇਕਿਨ ਉਹ ਜਿਹੜੇ ਆਰਡਰ ਹੁੰਦੇ ਨੇ ਹਾਈ ਕੋਰਟ ਦੇ, ਉਹ ਇੰਪਲੀਮੈਂਟ ਨਹੀਂ ਹੁੰਦੇ, ਇਸੇ ਤਰ੍ਹਾਂ ਪਏ ਰਹਿ ਜਾਂਦੇ ਨੇ। ਪੁਰਾਣੇ ਲੋਕ ਇਹਨਾਂ ਧਿਆਨ ਨਹੀਂ ਦਿੰਦੇ ਹੋਣਗੇ। 2018 ਦੇ ਵਿੱਚ ਆ ਕੇ ਇਹਦੇ ਨਾਲ ਰਿਲੇਟਡ ਜਿਹੜੀ ਜ਼ਮੀਨ ਹੈ ਉਹ ਸ਼ਹਿਰ ਦੇ ਵਿੱਚ ਕਿਉਂਕਿ ਆ ਗਈ ਹੁੰਦੀ ਹੈ, ਉਹਦੇ ਤੇ ਲੈਂਡ ਮਾਫੀਆ ਦੀ ਅੱਖ ਅੰਧ ਹੋ ਜਾਂਦੀ ਹੈ। ਇਸੇ ਦੌਰਾਨ ਜਸਬੀਰ ਚੰਦ ਜੀ ਦੀ ਮੌਤ ਤੋਂ ਬਾਅਦ ਇੱਕ ਦਿਲਬਾਗ ਰਾਏ ਬਹੁਤ ਮਸ਼ਹੂਰ ਹੈ, ਜਿਹੜੇ ਪ੍ਰਾਪਰਟੀ ਨਾਲ ਕਾਰੋਬਾਰ ਕਰਦੇ ਆ ਉਹਨਾਂ ਨੂੰ ਸਮਝ ਆ ਗਈ ਹੋਏਗੀ ਕਿ ਮੈਂ ਕਿਹੜੇ ਸਕੈਮ ਦੀ ਗੱਲ ਕਰਨ ਜਾ ਰਿਹਾ ਵਾਂ। ਬਹੁਤ ਹਾਈ ਪ੍ਰੋਫਾਈਲ ਸਕੈਮ ਹੈਗਾ ਵਾ। ਇਹ ਜਿਹੜੇ ਦਿਲਬਾਗ ਰਾਏ ਉਲਫ ਦਿਲਬਾਗ ਸਿੰਘ ਨੇ, ਇਹ ਗੱਦੀ ਨਸ਼ੀਨ ਹੋ ਜਾਂਦੇ ਨੇ। ਕਹਿੰਦੇ ਨੇ ਮੈਂ ਗੱਦੀ ਨਸ਼ੀਨ ਹੋ ਗਿਆ, ਲੇਕਿਨ ਇਹ ਕਰਦੇ ਕੀ ਨੇ? ਇਹ ਜਦੋਂ ਇੱਥੇ ਪੰਜਾਬ 'ਚ ਹੁੰਦੇ ਨੇ, ਇਹਨਾਂ ਦੇ ਉੱਪਰ ਬਹੁਤ ਸਾਰੇ ਕ੍ਰਿਮੀਨਲ ਕੇਸਿਸ ਦਰਜ ਹੋ ਜਾਂਦੇ ਨੇ ਔਰ ਇਹ PO ਹੋ ਕੇ ਹਿੰਦੁਸਤਾਨ 'ਚੋਂ ਭੱਜ ਜਾਂਦੇ ਨੇ, ਕੈਨੇਡਾ ਚਲੇ ਜਾਂਦੇ ਨੇ। ਹੁਣ ਇਹ ਕੈਨੇਡਾ ਜਾ ਕੇ ਕਰਦੇ ਕੀ ਨੇ? ਕੈਨੇਡਾ ਜਾ ਕੇ ਇਹ ਉੱਥੋਂ ਇੱਥੇ ਦੇ ਜਿਹੜੇ ਲੈਂਡ ਮਾਫੀਆ ਜਾਂ ਜਿਹੜੇ ਆਮ ਅਮੀਰ ਲੋਕ ਹੈ ਉਹਨਾਂ ਨਾਲ ਆਪਣੇ, ਕਿਉਂਕਿ ਲਿੰਕ ਤਾਂ ਹੁੰਦਾ ਹੀ ਹੈ ਉਹਨਾਂ ਨਾਲ, ਉਹਨਾਂ ਨੂੰ ਡਿਵੈਲਪ ਕਰਦੇ ਨੇ। ਉਹਨਾਂ ਨੂੰ ਡਿਵੈਲਪ ਕਰਕੇ ਉਹ ਇੱਕ ਉੱਥੋਂ ਹੀ ਪਾਵਰ ਆਫ ਟਾਰਨੀਆਂ ਅਲੱਗ-ਅਲੱਗ ਬੰਦਿਆਂ ਨੂੰ, ਅਲੱਗ-ਅਲੱਗ ਲੁਧਿਆਣਾ ਦੇ ਨਾਲ ਰਿਲੇਟਡ ਅਲੱਗ-ਅਲੱਗ ਲੋਹਗੜ੍ਹ ਦੀਆਂ ਜ਼ਮੀਨਾਂ ਨੂੰ, ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਨੂੰ ਉਹਦੀ ਵੇਚਣ ਵਾਸਤੇ ਆਰਡਰ ਉੱਥੋਂ ਟਾਰਨੀਆਂ ਬਣਾ ਕੇ ਭੇਜ ਦਿੰਦੇ ਨੇ। ਅੱਛਾ, ਹੁੰਦਾ ਕੀ ਹੈ, 2018 ਦੇ ਵਿੱਚ ਕੇਂਦਰੀ ਜਿਹੜੀ ਤਹਿਸੀਲ ਹੈ ਗਿੱਲ ਰੋਡ ਤੇ, ਜਿਹੜੀ ਅੱਜ ਕੱਲ੍ਹ ਵਿਵਾਦਾਂ ਦਾ ਵਿਸ਼ੇ, ਇਹ ਵੈਸੇ ਸ਼ੁਰੂ ਪਹਿਲੇ ਦਿਨ ਤੋਂ ਹੀ ਇਹ ਤਹਿਸੀਲ ਵਿਵਾਦਾਂ ਦਾ ਹੀ ਵਿਸ਼ੇ ਬਣੀ ਰਹੀ ਹੈ। ਇੱਥੇ ਹੀ ਤੁਹਾਨੂੰ ਯਾਦ ਹੋਏਗਾ, ਬਣਨ ਤੋਂ ਕੁਝ ਦੇਰ ਬਾਅਦ
ਤਹਿਸੀਲਦਾਰ ਸੀਗੇ ਜਿਹੜੇ ਆਰਮੀ ਚੋਂ ਰਿਟਾਇਰ, ਉਹਨਾਂ ਨੂੰ ਬੈਂਸ ਜਿਹੜੇ ਭਰਾ ਨੇ ਉਹਨਾਂ ਦੇ ਗਰੁੱਪ ਦੇ ਨਾਲ ਤੁਹਾਨੂੰ ਪਤਾ ਲੜਾਈ ਮਾਰਪੀਟ ਕੁੱਟ ਹੋਈ ਸੀ, ਉਦੋਂ ਵੀ ਬੜੀ ਚਰਚਾ 'ਚ ਰਹੀ ਸੀ। ਅੱਜ ਵੀ ਇਹ ਚਰਚਾ 'ਚ ਹੈ, ਅੱਜ ਵੀ ਉੱਥੇ ਰਜਿਸਟਰੀਆਂ ਨਹੀਂ ਹੋ ਰਹੀਆਂ। ਉੱਥੇ ਤੈਨਾਤ 3-4 ਜਿਹੜੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਹੈ, ਜਾਂ ਤਾਂ ਉਹਨਾਂ ਦੇ ਉਹ ਚਾਰਜਸ਼ੀਟ ਹੋ ਚੁੱਕੇ ਨੇ ਜਾਂ ਹੋਣ ਵਾਲੇ ਨੇ। ਕਹਿੰਦਾ ਮਤਲਬ ਉਹ ਤਹਿਸੀਲ ਸ਼ੁਰੂ ਤੋਂ ਹੀ ਵਿਵਾਦਾਂ ਦੀ ਹੈ। ਚਲੋ ਹੁੰਦਾ ਕੀ ਹੈਗਾ ਜੀ, 2018 ਦੇ ਵਿੱਚ ਦਿਲਬਾਗ ਰਾਏ ਜੀ ਆਪਣੇ ਇੱਕ ਹਿਰਦੇਪਾਲ ਨੇ ਕੋਈ ਇੱਥੇ ਉਹਨਾਂ ਨੂੰ ਇੱਕ ਪਾਵਰ ਆਫ ਟਾਰਨੀ ਦਿੰਦੇ ਨੇ। ਉਹ ਪਾਵਰ ਆਫ ਟਾਰਨੀ ਦੀ ਬਿਨਾਂ ਦੇ ਉੱਪਰ ਉਹ ਜਾਂਦੇ ਨੇ ਜੀ ਇਨ ਬਿਟਵੀਨ, ਮਤਲਬ ਲੈਂਡ ਦੇ ਸੰਬੰਧ 'ਚੋਂ ਜਦੋਂ ਰਿਕਾਰਡ ਚੈੱਕ ਕਰਦੇ ਨੇ ਤਾਂ ਉਹ ਦੇਖਦੇ ਨੇ ਕਿ ਜਿਹੜਾ 1968 ਵਾਲਾ ਕੋਰਟ ਦਾ ਫੈਸਲਾ ਹੈ ਉਹ ਵੀ ਪੂਰੀ ਤਰ੍ਹਾਂ ਰੈਵਨਿਊ ਰਿਕਾਰਡ 'ਚ ਸਬਮਿਟ ਨਹੀਂ ਹੋ ਪਾਇਆ। ਇਸ ਕਰਕੇ ਉਹ ਦਿਲਬਾਗ ਰਾਏ ਜਿਹਨੂੰ ਮੋਹਤਮੀਮ ਕੇਅਰ ਟੇਕਰ ਬਣਾਇਆ ਜਾਣਾ ਸੀ ਰੈਵਨਿਊ ਰਿਕਾਰਡ ਦੇ ਵਿੱਚ, ਉਹਨੂੰ ਮਾਲਕੀ ਖਾਨੇ 'ਚ ਪਵਾ ਲੈਂਦੇ ਨੇ। ਉਹ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਜਿਹੜਾ ਰੈਵਨਿਊ ਮਾਫੀਆ ਹੈਗਾ ਵਾ। ਅੱਛਾ, ਹੁਣ ਤਹਿਸੀਲਦਾਰ ਸਾਹਿਬ ਕੀ, ਉਹ ਜਿਹੜਾ ਭਾਈ ਸਾਹਿਬ ਲੈ ਕੇ ਦਿਲਬਾਗ ਰਾਏ ਤੋਂ ਪਾਵਰ ਆਫ ਟਾਰਨੀ ਲੈ ਕੇ ਆਏ ਸੀਗੇ, ਉਹ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਾਉਂਦੇ ਨੇ ਕਿ ਇਹ ਫਲਾਣੀ 8 ਕਨਾਲ ਜਗ੍ਹਾ ਵੈ, ਮੈਨੂੰ ਇਹਦੀ ਪੋਜੈਸ਼ਨ ਦਵਾਈ ਜਾਏ ਕਿਉਂਕਿ ਇਹਦਾ ਮਾਲਕ ਦਿਲਬਾਗ ਰਾਏ ਹੈ। ਕੋਰਟ ਲੁਧਿਆਣਾ ਦੀ ਕੋਰਟ ਕੰਸਰਨ ਤਹਿਸੀਲਦਾਰ ਨੂੰ ਆਰਡਰ ਕਰ ਦਿੰਦੀ ਹੈ ਕਿ ਇਹ ਭਾਈ ਇਹ ਜਿਹੜਾ ਐਪਲੀਕੈਂਟ ਹੈ ਇਹਨੂੰ ਉੱਥੇ ਜਗ੍ਹਾ ਦੇ ਉੱਪਰ ਪੋਜੈਸ਼ਨ ਦਵਾਈ ਜਾਏ। ਹੁਣ ਤਹਿਸੀਲਦਾਰ ਸਾਹਿਬ ਕੀ ਕਰਦੇ ਹੈ, ਇਹ ਐਪਲੀਕੈਂਟ ਦੇ ਨਾਲ ਮਿਲ ਕੇ ਕਰਨਾ ਤਾਂ ਹੁੰਦਾ ਉੱਥੇ ਜਾ ਕੇ ਪ੍ਰਾਪਰਟੀ ਤੇ ਉਹਨਾਂ ਨੇ ਇਹਨਾਂ ਨੂੰ ਪੋਜੈਸ਼ਨ ਦਵਾਉਣੀ ਹੁੰਦੀ ਹੈ, ਪਰ ਉਹ ਪੋਜੈਸ਼ਨ ਦਿਵਾਉਣ ਦੀ ਜਗ੍ਹਾ ਉਹ ਇੰਤਕਾਲ ਮਨਜ਼ੂਰ ਕਰ ਦਿੰਦੇ ਨੇ। ਕਿੰਨੀ ਤਰੀਕ ਨੂੰ? 2/5/18 ਨੂੰ। 2/5/18 ਨੂੰ ਇੰਤਕਾਲ ਨੰਬਰ 1582 ਮਨਜ਼ੂਰ ਕਰ ਦਿੰਦੇ ਨੇ। ਔਰ ਤੁਸੀਂ ਮਜ਼ੇਦਾਰ ਗੱਲ ਦੇਖੋ, 2/5 ਨੂੰ ਇਹ ਮਨਜ਼ੂਰ ਕਰਦੇ ਨੇ ਆਪ ਹੀ, ਤੇ 28/8 ਨੂੰ 3 ਮਹੀਨੇ ਬਾਅਦ ਉਹਨੂੰ ਆਪ ਹੀ ਕੈਂਸਲ ਕਰ ਦਿੰਦੇ ਨੇ ਤਹਿਸੀਲਦਾਰ ਸਾਹਿਬ ਜਿਹੜੇ ਹੈਗੇ ਨੇ। ਇਨ ਬਿਟਵੀਨ ਕੀ ਹੁੰਦਾ ਵਾ, ਜਿਹੜੇ ਪਾਵਰ ਆਫ ਟਾਰਨੀ ਹੋਲਡਰ ਨੇ ਉਹਨਾਂ ਕੋਲੇ ਜਦੋਂ ਦਿਲਬਾਗ ਰਾਏ ਦੇ ਨਾਮ ਦੇ ਉੱਪਰ ਮਨਜ਼ੂਰ ਇੰਤਕਾਲ ਦੀ ਫਰਦ ਆ ਜਾਂਦੀ ਹੈ, ਉਹ ਇਹ 8 ਕਨਾਲ ਦਾ ਸੌਦਾ ਜਿਹੜਾ ਹੈਗਾ ਵਾ ਉਹ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਦੇ ਨਾਲ ਕਰ ਦਿੰਦੇ ਨੇ, ਉਹਨੂੰ ਰਜਿਸਟਰੀ ਕਰਾ ਦਿੰਦੇ ਨੇ ਵਸੀਕਾ ਨੰਬਰ 1791। 18/5 ਨੂੰ ਇੰਤਕਾਲ ਮਨਜ਼ੂਰ ਹੁੰਦਾ ਵੈ, 2/5 ਨੂੰ 18/5 ਨੂੰ ਉਹ ਅੱਗੇ ਰਜਿਸਟਰੀ ਕਰਾ ਦਿੰਦੇ ਨੇ ਉਸ ਜਗ੍ਹਾ ਦੀ, ਦਾਨ ਦੀ ਜਗ੍ਹਾ ਦੀ, ਔਰ 28/8 ਨੂੰ ਇੰਤਕਾਲ ਕੈਂਸਲ ਕਰ ਦਿੱਤਾ ਜਾਂਦਾ ਹੈ। ਹੁਣ ਜਿਹੜੇ ਬੰਦੇ ਨੇ ਉਹ ਜਗ੍ਹਾ ਲਿੱਤੀ ਹੈ, ਉਹ ਵੀ ਮੈਂ ਤੁਹਾਨੂੰ ਚੈਪਟਰ ਦੱਸੂਗਾ ਵੀ ਉਹ ਹੈ ਕੀ ਹੈ, ਹਾਲਾਂਕਿ ਉਹਦੀ ਰਿਪੋਰਟ ਮੇਰੇ ਹੱਥ ਨਹੀਂ ਆਈ, ਉਹ ਵੀ ਮੈਂ ਬ੍ਰੇਕ ਕਰਾਂਗਾ। ਉਹ ਜ਼ਮੀਨ ਜਿਹੜੀ ਗੁਰਦੁਆਰਾ ਸਾਹਿਬ ਦੀ ਹੈ, ਜਿਹੜੀ ਦਾਨ ਦੀ ਜ਼ਮੀਨ ਹੈ, ਉਸ ਜ਼ਮੀਨ ਨੂੰ ਜਿਹੜਾ ਉਹਦਾ ਕੇਅਰ ਟੇਕਰ ਹੈ ਉਹਨੂੰ ਰੈਵਨਿਊ ਰਿਕਾਰਡ 'ਚ ਛੇੜਛਾੜ ਕਰਕੇ ਮਾਲਕ ਬਣਾਤਾ ਜਾਂਦਾ। ਉਹਦੇ ਵੱਲੋਂ ਕੈਨੇਡਾ 'ਚ ਰਹਿੰਦਿਆਂ ਇੰਡੀਆ 'ਚੋਂ ਫਰਾਰ ਹੈ, ਪੀਓ ਹੈ ਕੇਸਾਂ 'ਚ। ਹੁਣ ਕਹਿੰਦੇ ਨੇ ਵੀ ਉਹਦੀ ਦਿਲਬਾਗ ਰਾਏ ਦੀ ਡੈਥ ਹੋ ਗਈ ਹੋਈ ਹੈ, ਲੇਕਿਨ ਉਹ ਜਦੋਂ ਕੈਨੇਡਾ 'ਚ ਰਹਿੰਦਾ ਹੁੰਦਾ, ਇੰਡੀਆ 'ਚੋਂ ਪੀਓ ਹੈਗਾ, ਲੁਧਿਆਣੇ 'ਚ ਕਈ ਕੇਸਾਂ 'ਚ ਪੀਓ ਹੈ, ਉਹਦੇ ਵੱਲੋਂ ਦਿੱਤੀ ਪਾਵਰ ਆਫ ਅਟਾਰਨੀ ਦੇ ਬਿਹਾਫ ਦੇ ਉੱਪਰ ਬੰਦਾ ਜਿਹੜਾ ਵੈ ਉਹ ਕੋਰਟ 'ਚ ਜਾਂਦਾ ਹੈ ਕਿ ਮੈਨੂੰ ਆਹ ਜਗ੍ਹਾ ਦੀ ਜਿਹਦਾ ਮਾਲਕ ਹੈ ਦਿਲਬਾਗ ਰਾਏ, ਜਦ ਕਿ ਅਸਲ 'ਚੋਂ ਮਾਲਕ ਹੀ ਨਹੀਂ ਹੈਗਾ, ਉਹਦਾ ਮਾਲਕ ਹੈਗਾ ਗੁਰਦੁਆਰਾ ਲੋਹਗੜ੍ਹ ਸਾਹਿਬ, ਉਹ ਜਗ੍ਹਾ ਦੇ ਉੱਪਰ ਮੈਨੂੰ ਪੋਜੈਸ਼ਨ ਦਵਾਈ ਜਾਵੇ। ਕੋਰਟ ਆਰਡਰ ਕਰ ਦਿੰਦੀ ਹੈ ਕਿਉਂਕਿ ਕੋਰਟ ਨੇ ਤਾਂ ਉਹ ਫਰਦ ਦੇਖੀ ਹੋਣੀ ਹੈ ਵੀ ਇਹ ਮਾਲਕੀ ਹੈ ਔਰ ਇਹ ਉਹਦਾ ਪਾਵਰ ਆਫ ਅਟਾਰਨੀ ਹੈ ਦਿਲਬਾਗ ਰਾਏ ਦਾ। ਕੋਰਟ ਆਰਡਰ ਕਰਦੀ ਹੈ ਕੰਸਰਨ ਰੈਵਨਿਊ ਡਿਪਾਰਟਮੈਂਟ ਨੂੰ ਕਿ ਇਹ ਬੰਦੇ ਨੂੰ ਜਿਹੜਾ ਪਾਵਰ ਆਫ ਅਟਾਰਨੀ ਹੈ ਜਗ੍ਹਾ ਦੇ ਮਾਲਕ ਦਾ, ਉਹਨੂੰ ਜਗ੍ਹਾ ਤੇ ਪੋਜੈਸ਼ਨ ਦਵਾਤੀ ਜਾਵੇ। ਤਹਿਸੀਲਦਾਰ ਸਾਹਿਬ ਪੋਜੈਸ਼ਨ ਵਾਲਾ ਜਿਹੜਾ ਆਰਡਰ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਨਾਲ ਨਾਲ ਰੈਵਨਿਊ ਰਿਕਾਰਡ ਦੇ ਵਿੱਚ ਉਹਨੂੰ ਮਾਲਕ ਵੀ ਬਣਾ ਦਿੰਦੇ ਨੇ। ਆਪ ਹੀ ਪਹਿਲਾਂ ਇੰਤਕਾਲ ਮਨਜ਼ੂਰ ਕਰਦੇ ਨੇ, ਆਪ ਹੀ 3 ਮਹੀਨੇ ਬਾਅਦ ਇੰਤਕਾਲ ਕੈਂਸਲ ਕਰ ਦਿੰਦੇ ਨੇ। ਅੱਪੇ ਚਿੜੀਓ ਜਾਗੋ ਤੇ ਅੱਪੇ ਚਿੜੀਓ ਮਰ ਜਾਓ। ਇਨ ਬਿਟਵੀਨ
ਜਿਹੜੇ ਪਾਵਰ ਆਫ ਅਟਾਰਨੀ ਹੁੰਦੇ ਨੇ, ਜਦੋਂ ਇੰਤਕਾਲ ਮਨਜ਼ੂਰ ਹੁੰਦਾ, ਉਹ ਉਸ ਫਰਦ ਦੇ ਬਿਹਾਫ ਦੇ ਉੱਪਰ ਆਪਣੇ ਆਪ ਨੂੰ ਮਿਲੀ ਪਾਵਰ ਆਫ ਅਟਾਰਨੀ ਦੇ ਉੱਪਰ ਉਹ ਇਹ ਜਗ੍ਹਾ ਅੱਗੇ ਵੇਚ ਦਿੰਦੇ ਨੇ ਗੁਰਪ੍ਰੀਤ ਨੂੰ। ਇਸੇ ਤਰ੍ਹਾਂ ਸੇਮ ਇਹੀ ਪ੍ਰੋਸੈਸ ਜਿਹੜਾ ਹੈਗਾ ਵਾ, ਇਹੀ ਗੁਰਦੁਆਰਾ ਲੋਹਗੜ੍ਹ ਸਾਹਿਬ ਦੀ ਜ਼ਮੀਨ ਦਾ ਹੀ ਮੈਂ ਤੁਹਾਨੂੰ ਦੱਸ ਰਿਹਾ ਵਾਂ। ਸੇਮ ਐਜ਼ ਇਟ ਇਜ਼ 99 ਕਨਾਲ ਜਗ੍ਹਾ ਹੋਰ ਹੈਗੀ ਹੈ, ਗੈਸਪੁਰਾ, ਜਸਪਾਲ ਬਾਂਗੜ, ਇਸ ਤਰ੍ਹਾਂ 99 ਕਨਾਲ 3 ਮਰਲੇ ਜਗ੍ਹਾ ਹੋਰ ਹੈ। ਇਹਦੇ 'ਚ ਵੀ ਇੱਦਾਂ ਹੀ ਕੀਤਾ ਜਾਂਦਾ ਵਾ। ਇਹਦੇ 'ਚ ਵੀ ਇਹ ਤਹਿਸੀਲਦਾਰ ਸਾਹਿਬ ਜਿਹੜੇ ਸਬ ਰਜਿਸਟਰਾਰ ਵੀ ਸੀ ਉੱਥੇ ਕੇਂਦਰੀ 'ਚ, ਤਹਿਸੀਲਦਾਰ ਵੀ ਸੀ 2018 'ਚ, ਦੱਸੂਗਾ ਤੁਹਾਨੂੰ ਬਾਅਦ 'ਚ ਕੌਣ ਨੇ। ਇਹ ਸੇਮ ਐਜ਼ ਇਟ ਇਜ਼ 3-4 ਇੰਤਕਾਲ ਹੋਰ ਮਨਜ਼ੂਰ ਕਰਦੇ ਨੇ। 99 ਕਨਾਲ 3 ਮਰਲੇ ਜਗ੍ਹਾ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਦਾਨ ਦੀ ਜ਼ਮੀਨ ਹੈ, ਜਿਹਦਾ ਇੱਕ ਗੱਜ ਤਾਂ ਛੱਡੋ, ਇੱਕ ਕਣ ਵੀ ਨਹੀਂ ਕੋਈ ਵੇਚ ਸਕਦਾ। ਔਰ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਵਾ ਕਿ ਇਹ ਗੁਰਦੁਆਰੇ ਦੀ ਬਾਬਾ ਜੀ ਦੀ ਜ਼ਮੀਨ ਹੈ, ਬਾਬਾ ਜੀ ਦੇ ਨਾਮ ਤੇ 6ਵੀਂ ਪਾਤਸ਼ਾਹੀ ਦੀ ਜ਼ਮੀਨ ਹੈ। ਇਹ ਜ਼ਮੀਨ ਨੂੰ ਉਹ, ਮੈਂ ਹਿੰਦੂ ਸਿੱਖ ਵਾਲੀ ਗੱਲ ਨਹੀਂ ਕਰਦਾ ਪਿਆ, ਲੇਕਿਨ ਮੈਂ ਜਨਰਲ ਇੱਕ ਗੱਲ ਕਰਦਾ ਪਿਆ। ਇੱਕ ਸਿੱਖ ਹੈ, ਉਹਨਾਂ ਨੂੰ ਪਤਾ ਹੈ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ, ਹਾਲਾਂਕਿ ਕੋਈ ਧਰਮ ਦਾ ਕੋਈ ਮਤਲਬ ਨਹੀਂ, ਮੈਂ ਜਨਰਲ ਗੱਲ ਕਰਦਾ ਪਿਆ। ਫਿਰ ਵੀ ਉਹ ਨਹੀਂ ਡਰਦੇ। ਸਵੇਰੇ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਨੇ, ਦੁਪਹਿਰ ਨੂੰ ਉਸੇ ਗੁਰੂ ਮਹਾਰਾਜ ਦੇ ਮਾਲਕੀ ਨਾਮ ਤੇ ਮਾਲਕੀ ਵਾਲੀ ਜ਼ਮੀਨ ਨੂੰ ਉਹ ਰਿਕਾਰਡ ਦੇ ਵਿੱਚ, ਰੈਵਨਿਊ ਰਿਕਾਰਡ 'ਚ ਹੇਰ ਫੇਰ ਕਰਕੇ 4-5 ਹੋਰ ਇੰਤਕਾਲ ਦਰਜ ਕਰ ਦਿੰਦੇ ਨੇ। 99 ਕਨਾਲ 3 ਮਰਲੇ ਰਕਬਾ ਜਿਹੜਾ ਉਹ ਵੀ ਕਿਸੇ ਨੂੰ ਪ੍ਰਾਈਵੇਟ ਜਿਹੜਾ ਮਾਫੀਆ ਵੈ ਉਹਦੇ ਨਾਮ ਤੇ ਚੜ ਜਾਂਦਾ। 8 ਕਨਾਲ ਮੈਂ ਤੁਹਾਨੂੰ ਹੋਰ ਦੱਸਤੀ। ਹੁਣ ਤੁਸੀਂ ਇਹਦੇ 'ਚ ਦੇਖੋ ਕਿ ਇਹਦੇ 'ਚ ਕੰਪਲੇਂਟ ਹੁੰਦੀ ਹੈ। ਕੰਪਲੇਂਟ ਹੋਣ ਤੋਂ ਬਾਅਦ ਇਹ ਜਿਹੜਾ ਇੰਤਕਾਲ ਹੈ ਇਹ ਮੁਤਨਾਜ਼ਾ ਕਰਤੇ ਰੋਕ ਦਿੱਤੇ ਜਾਂਦੇ ਨੇ। ਇਹ SDM ਦੀ ਅਦਾਲਤ 'ਚ ਆ ਜਾਂਦਾ। ਉਸ ਦੇ ਬਾਵਜੂਦ ਰੈਵਨਿਊ ਰਿਕਾਰਡ ਨੂੰ, ਲੋਕਲ ਆਫਿਸਰਸ ਨੂੰ, ਸਾਰਿਆਂ ਨੂੰ ਪਤਾ ਹੈ ਇਹ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਜ਼ਮੀਨ ਹੈ। ਇਹਦੇ ਇੰਤਕਾਲ ਤੇ ਮੁਤਨਾਜ਼ਾ ਹੋ ਚੁੱਕੇ ਹੋਏ ਨੇ ਜਾਂ ਇਹਦੇ ਇੰਤਕਾਲ ਕੈਂਸਲ ਹੋ ਚੁੱਕਿਆ ਹੋਇਆ ਵਾ। ਉਸ ਦੇ ਬਾਵਜੂਦ ਤੁਹਾਨੂੰ ਯਾਦ ਹੈ, ਤੁਹਾਨੂੰ ਪਤਾ ਵਾ, ਤੁਸੀਂ 2 ਦਿਨ ਪਹਿਲਾਂ ਵੀ ਪੜ੍ਹਿਆ ਹੋਊਗਾ ਕਿ ਗਰੀਬ ਨਗਰੀ ਦੇ ਏਰੀਆ ਦੇ ਵਿੱਚ ਗੈਸਪੁਰਾ 'ਚ ਨਗਰ ਨਿਗਮ ਗਈ ਹੈ ਤੋੜਨ ਵਾਸਤੇ ਮਕਾਨ। ਹੁਣ ਉਹ ਮਕਾਨ ਜਿਹੜੇ ਹੈਗੇ ਆ ਉਹ ਕਿਹਨਾਂ ਦੇ ਹੈਗੇ ਨੇ? ਇਹ ਜਿਹੜੇ ਲੋਕ ਹੈ ਜਿਨ੍ਹਾਂ ਨੇ 500 ਰੁਪਏ ਗਜ ਜਾਂ 200 ਰੁਪਏ ਗਜ ਜਾਂ ਜੋ ਵੀ ਲਿੱਤੀ ਹੋਊਗੀ ਗੁਰਦੁਆਰਾ ਸਾਹਿਬ ਦੀ ਜਗ੍ਹਾ, ਗੁਰੂ ਘਰ ਦੀ ਜਗ੍ਹਾ, ਉਹਨੂੰ ਰੈਵਨਿਊ ਰਿਕਾਰਡ ਦੇ ਤਹਿਸੀਲਦਾਰ ਕਮ ਸਬ ਰਜਿਸਟਰਾਰ ਨਾਲ ਮਿਲ ਕੇ ਰਿਕਾਰਡ 'ਚ ਹੇਰ ਫੇਰ ਕਰਕੇ ਗਾਹਾਂ ਵੇਚ ਕੇ ਉਹਦੇ ਉੱਪਰ ਇੰਤਕਾਲ ਰੁਕ ਗਏ। ਸਭ ਕੁਝ ਪਤਾ ਹੋਣ ਦੇ ਬਾਵਜੂਦ ਅਫਸਰਾਂ ਨੂੰ ਉਸ ਜਗ੍ਹਾ ਦੇ ਉੱਪਰ ਕਲੋਨੀ ਕੱਟਣੀ ਸ਼ੁਰੂ ਕਰਤੀ। ਜਦੋਂ ਕਲੋਨੀ ਕੱਟੀ ਗਈ, ਚੰਦਰਮਾ ਤੇ ਤਾਂ ਕੱਟੀ ਨਹੀਂ ਗਈ ਕਿ ਉੱਥੇ ਤਹਿਸੀਲਦਾਰ, ਪਟਵਾਰੀ, ਕਾਨਗੋ ਕੋਈ ਰੋਕ ਨਹੀਂ ਸੀ ਸਕਦਾ। ਸਭ ਨੂੰ ਪਤਾ ਸੀ ਕਲੋਨੀ ਕੱਟੀ ਜਾ ਰਹੀ ਹੈ, ਪਰ ਹਰ ਬੰਦਾ ਆਪਣੀਆਂ ਅੱਖਾਂ ਮੀਚੀ ਬੈਠਾ ਰਿਹਾ ਕਿਉਂਕਿ ਉਹਨਾਂ ਦੀਆਂ ਜੇਬਾਂ 'ਚ ਪੈਸੇ ਆਈ ਜਾ ਰਹੇ ਸੀਗੇ। ਉਹਨਾਂ ਜਗ੍ਹਾ ਦੇ ਉੱਪਰ, ਦਾਨ ਦੀ ਜਗ੍ਹਾ ਦੇ ਉੱਪਰ ਗਰੀਬ ਲੋਕਾਂ ਨੂੰ ਲੁੱਟਿਆ ਗਿਆ। 50-50 ਗਜ ਦੇ ਘਰ ਵੇਚੇ ਗਏ, ਪਲਾਟ ਵੇਚੇ ਗਏ। ਜਿਹੜੇ ਪਲਾਟ ਗਰੀਬਾਂ ਨੇ ਹਰ ਮਹੀਨੇ, ਜਿਹੜੀ ਉਹਨਾਂ ਨੂੰ ਕਿਸੇ ਨੂੰ 15,000 ਤਨਖਾਹ ਮਿਲਦੀ, ਕਿਸੇ ਨੂੰ 12,000, ਜਾਂ ਕੋਈ ਦਿਹਾੜੀਦਾਰ ਹੈਗਾ, ਉਹ ਪੈਸੇ ਲੈ ਕੇ ਉਹਦੇ 'ਚੋਂ ਉਹ ਕਿਸ਼ਤਾਂ ਦਿੰਦੇ ਰਹੇ, ਉਸ ਮਾਫੀਆ ਦੇ ਘਰ ਭਰਦੇ ਰਹੇ। ਅੱਜ ਜਦੋਂ ਉੱਥੇ ਕਲੋਨੀ ਕੱਟੀ ਜਾ ਚੁੱਕੀ ਹੋਈ ਹੈ, ਜਦੋਂ ਉੱਥੇ ਮਕਾਨ ਬਣ ਚੁੱਕੇ ਹੋਏ ਨੇ, 5-7 ਲੱਖ ਦਾ ਪਲਾਟ ਲਿਆ ਹੋਊਗਾ, ਇੱਕ ਕਮਰਾ ਰਸੋਈ ਪਾਉਣ ਲਈ 1-1.5 ਲੱਖ ਉੱਤੇ ਵੀ ਲਾਇਆ ਹੋਊਗਾ। 10 ਸਾਲ ਦੀ ਗਰੀਬ ਦੀ ਮਿਹਨਤ ਹੋਏਗੀ ਜਿਹਨੂੰ ਹੁਣ ਤੋੜਿਆ ਜਾ ਰਿਹਾ ਵਾ। ਬਣਨ ਤੋਂ ਪਹਿਲਾਂ ਕਿਸੇ ਨੇ ਨਹੀਂ ਰੋਕਿਆ, ਜਦੋਂ ਕਲੋਨੀ ਕੱਟੀ ਗਈ ਕਿਸੇ ਨੇ ਨਹੀਂ ਰੋਕਿਆ। ਉਹ ਪਲਾਟ ਕਿਉਂਕਿ ਕਿਸ਼ਤਾਂ ਤੇ ਹੈ, 5 ਸਾਲ ਦੀਆਂ ਕਿਸ਼ਤਾਂ, 18 ਦੇ ਵਿੱਚ ਇਹ ਕਾਂਡ ਕੀਤਾ ਗਿਆ।
ਮਿਨੀਮਮ 5 ਸਾਲ ਦੀਆਂ ਕਿਸ਼ਤਾਂ ਮਤਲਬ 23 ਆ ਜਿਹੜਾ ਹੁਣ ਚੜਿਆ ਵਾ। ਹੁਣ ਲੋਕਾਂ ਦੀਆਂ ਕਿਸ਼ਤਾਂ ਪੂਰੀਆਂ ਹੋਣੀਆਂ ਸੀ, ਉਹਨਾਂ ਨੇ ਰਜਿਸਟਰੀਆਂ ਕਰਾਉਣ ਲਈ ਅੱਗੇ ਆਣਾ ਸੀਗਾ। ਹੁਣ ਉਹਨਾਂ ਦੇ ਮਕਾਨ ਟੁੱਟਣੇ ਸ਼ੁਰੂ ਹੋ ਗਏ, ਕਿਉਂਕਿ ਨਾ ਉਹ ਹੋਰ ਹੀ ਭੰਬੜ ਭੂਸੇ 'ਚ ਪੈ ਜੂਗੇ ਵਿਚਾਰੇ, ਆਪਣੇ ਬੱਚੇ ਸੰਭਾਲਣ, ਸਮਾਨ ਸੰਭਾਲਣ, ਆਪਣੇ ਬਜ਼ੁਰਗ ਸੰਭਾਲਣ ਜਾਂ ਰਜਿਸਟਰੀ ਵਾਲੇ ਪਾਸੇ ਭੱਜਣ, ਕਿਉਂਕਿ ਰਜਿਸਟਰੀਆਂ ਤਾਂ ਹੋਣੀਆਂ ਹੀ ਹੈ ਨਹੀਂ ਗੀਆਂ। ਹੁਣ ਤੁਸੀਂ ਦੇਖੋ ਕਿ ਇਹਦੇ 'ਚ ਹੋਇਆ ਕੀ। ਇਹ ਇਨਕੁਆਰੀ ਲੱਗੀ, ਮੈਂ ਸਟੋਰੀ ਬ੍ਰੇਕ ਕੀਤੀ, ਇਹਦੇ 'ਚ ਇਨਕੁਆਰੀ ਲੱਗ ਗਈ। ਇਨਕੁਆਰੀ ਲੱਗਣ ਤੋਂ ਬਾਅਦ SDM ਸਾਹਿਬ ਨੇ 6 ਮਹੀਨੇ 5 ਮਹੀਨੇ ਜਾਂ 4 ਮਹੀਨੇ ਲਏ ਹੋਣਗੇ, ਜ਼ਿਆਦਾ ਤੋਂ ਜ਼ਿਆਦਾ 5 ਮਹੀਨੇ, ਉਹਨਾਂ ਨੇ 2019 ਦੇ ਵਿੱਚ 10/12/2019 ਨੂੰ ਆਪਣੀ ਰਿਪੋਰਟ ਸਬਮਿਟ ਕਰਤੀ। ਸਬਮਿਟ ਕਰਨ ਤੋਂ ਬਾਅਦ DC ਨੂੰ ਭੇਜਤੀ ਕਿ ਆਹ ਫਲਾਣਾ ਫਲਾਣਾ ਬੰਦਾ, ਆਹ ਫਲਾਣਾ ਫਲਾਣਾ ਅਫਸਰ, ਇੱਦਾਂ ਇਹਨਾਂ ਨੇ ਦਾਨ ਦੀ ਜਗ੍ਹਾ ਤੇ ਡਾਕਾ ਮਾਰ ਕੇ ਰੈਵਨਿਊ ਰਿਕਾਰਡ ਨੂੰ ਦੇ ਵਿੱਚ ਛੇੜਛਾੜ ਕਰਕੇ ਇਹ ਗਰੀਬਾਂ ਦੇ ਨਾਲ, ਰੱਬ ਦੇ ਨਾਲ ਤਾਂ ਕੀਤਾ ਉਹ ਉਹਨਾਂ ਗਰੀਬਾਂ ਨਾਲ ਵੀ ਧੱਕਾ ਕਰ ਰਹੇ ਨੇ ਜਿਨ੍ਹਾਂ ਨੂੰ 50-50 ਗਜ ਦੇ ਪਲਾਟ ਕਿਸ਼ਤਾਂ ਦੇ ਵੇਚੇ ਜਾ ਰਹੇ ਨੇ। ਲੇਕਿਨ ਜੇ ਅਗਰ 2019 ਚ ਐਡਮਿਨਿਸਟ੍ਰੇਸ਼ਨ ਐਕਸ਼ਨ ਲੈ ਲੈਂਦੀ ਤੇ ਅੱਜ 2022 ਖਤਮ ਹੋ ਗਿਆ, 3 ਸਾਲ ਦੇ ਜਾਂ 2 ਸਾਲ ਦੇ ਲੋਕਾਂ ਦੇ ਪੈਸੇ ਬਚ ਜਾਂਦੇ। ਉਹ ਜਿਹੜਾ ਉੱਤੇ ਉਹਨਾਂ ਨੇ ਕੰਸਟਰਕਸ਼ਨ ਤੇ ਦਿਨ ਰਾਤ ਇੱਟਾਂ ਸੀਮਟ ਸਰੀਆ ਮੰਗ ਕੇ ਲਿਆ ਕੇ ਜੋੜ ਕੇ ਉੱਥੇ ਘਰ ਖੜੇ ਕੀਤੇ ਆ, ਉਹ ਅੱਜ ਟੁੱਟ ਰਹੇ ਨੇ, ਉਹਨਾਂ ਦੇ ਪੈਸੇ ਬਚ ਜਾਂਦੇ। ਲੇਕਿਨ ਉਦੋਂ ਕੋਈ ਨਹੀਂ ਬੋਲਿਆ। ਅੱਜ ਕਿਉਂ? ਕਿਉਂਕਿ ਇਹਦੇ ਵਿੱਚ ਹੁਣ ਉੱਥੇ ਰੌਲਾ ਪੈਣ ਲੱਗਿਆ ਵੀ ਇਹ ਇਲੀਗਲ ਕਲੋਨੀ ਹੈ, ਇਲੀਗਲ ਮਕਾਨ ਬਣੇ ਹੈ। ਹੁਣ ਕਾਰਪੋਰੇਸ਼ਨ ਵੀ ਉੱਥੇ ਜਾ ਕੇ ਬਲਡੋਜ਼ਰ ਲੈ ਕੇ ਜਾ ਰਹੀ ਹੈ, ਤੋੜ ਰਹੀ ਹੈ। ਕਿਉਂ ਤੋੜ ਰਹੀ ਹੈ? ਕਿਉਂਕਿ ਹੁਣ ਉੱਥੇ ਜਿਹੜੇ ਬੈਠੇ ਨੇ ਤਾਂ ਪਹਿਲਾਂ ਹੀ ਮਰੇ ਹੋਏ ਨੇ, ਮਰਿਆਂ ਦੇ ਉੱਤੇ ਹੋਰ 4 ਜੁੱਤੀਆਂ ਵੱਧ ਮਾਰ ਦੋ, ਕੋਈ ਫਰਕ ਨਹੀਂ ਪੈਣਾ। ਨਾ ਉਹ ਅਫਸਰ ਨੂੰ ਕੁਝ ਹੋਇਆ, ਨਾ ਉਹ ਮਾਫੀਆ ਨੂੰ ਕੁਝ ਹੋਇਆ। ਜੇਕਰ ਮਰਿਆ ਤੇ ਉਹ ਮਰੇ ਨੇ ਜਿਹੜੇ ਬੇਕਸੂਰ ਹੈ, ਜਿਹੜੇ ਉੱਥੇ ਆਪਣੀ ਛੱਤ ਦੀ ਚਾਹ ਦੇ ਵਿੱਚ, ਜਿਹੜੇ ਉੱਥੇ ਪਤਾ ਨਹੀਂ ਕਿੱਥੋਂ ਖੂਨ ਪਸੀਨਾ ਇੱਕ ਕਰਕੇ ਉਹਨਾਂ ਨੇ 30-30 ਗਜ 50-50 ਗਜ ਦੇ ਨਿੱਕੇ ਘਰ ਪਾਏ ਹੋਏ ਆ, ਉਹ ਵੀ ਟੁੱਟਣੇ ਸ਼ੁਰੂ ਹੋ ਜਾਣੇ ਨੇ। ਹੁਣ ਇਹਦੇ 'ਚ ਹੋਰ ਇੰਟਰਸਟਿੰਗ ਗੱਲ ਦੱਸਦਾ, ਕਿਸੇ ਅਫਸਰ ਨੇ ਰੌਲਾ ਨਹੀਂ ਪਾਇਆ। ਕਿਉਂ ਨਹੀਂ ਪਾਇਆ? ਕਿਉਂਕਿ ਉਸ ਵੇਲੇ ਦੀ ਸਰਕਾਰ 2019 ਚ 18 ਚ ਤੁਹਾਨੂੰ ਪਤਾ ਕੌਣ ਸੀ? ਲੁਧਿਆਣੇ ਦੇ ਕੰਸਰਨਡ ਤਾਕਤਵਰ ਪੋਲੀਟੀਸ਼ੀਅਨ ਇਸ ਸਕੈਮ 'ਚ ਇਨਵੋਲਵ ਸੀਗੇ। ਉਸ ਤੋਂ ਪਹਿਲਾਂ ਇੱਕ ਸਰਕਾਰ ਸੀ ਜਿਹੜੀ ਲਗਾਤਾਰ ਰਹੀ, ਉਹਦੇ ਟੌਪ ਕਲਾਸ ਮੰਤਰੀ ਪੋਲੀਟੀਸ਼ੀਅਨ ਇਸ ਮਾਫੀਆ ਦਾ ਮਦਦਗਾਰ ਸੀ ਪਰਦੇ ਦੇ ਪਿੱਛੇ। ਕਿਉਂਕਿ ਜਦੋਂ ਮੈਂ ਇਹਨੂੰ ਬ੍ਰੇਕ ਕਰਦਾ ਸੀ ਮੈਨੂੰ ਅਪਰੋਚ ਆਉਂਦੇ ਸੀਗੇ। ਐਤਕੀ ਵੀ ਜਦੋਂ ਇਹ ਰੌਲਾ ਪਿਆ, ਇਹ ਰੌਲਾ ਦੁਬਾਰਾ ਜਦੋਂ ਉੱਠਿਆ, ਮੈਂ ਉਹ ਵੀ ਤੁਹਾਨੂੰ ਬੜੀ ਦਿਲਚਸਪ ਕਹਾਣੀ ਦੱਸੂਗਾ। ਕਿਉਂ ਨਹੀਂ ਇਹਨਾਂ ਦੇ ਕੁਝ ਵੀ ਹੋ ਪਾਉਂਦਾ, ਕਿਉਂ ਇਹ ਫਾਈਲ ਦੱਬ ਕੇ ਰਹਿ ਗਈ। ਔਰ ਉਹ ਜਿਹੜਾ ਤਹਿਸੀਲਦਾਰ ਹੈ ਬੜਾ ਇੰਜੋਏ ਕਰਕੇ ਕਰੋੜਾਂ ਰੁਪਏ ਬਣਾ ਕੇ ਉਹ ਨੌਕਰੀ ਤੋਂ ਰਿਟਾਇਰ ਵੀ ਹੋ ਗਿਆ। ਉਹਨੇ ਇੱਕ ਪਾਰਟੀ ਵੀ ਜੁਆਇਨ ਕਰ ਲਈ, ਉਹ ਪਾਰਟੀ 'ਚ ਇਲੈਕਸ਼ਨ ਵੀ ਲੜ ਲਈ ਔਰ ਅਗਲੀ ਵਾਰ ਦੀ ਵੀ ਤਿਆਰੀ ਕਰ ਰਿਹਾ। ਲੇਕਿਨ ਉਹਦੇ ਕੀਤੇ ਹੋਏ ਪਾਪ ਦੀਆਂ ਫਾਈਲਾਂ ਠੰਡੇ ਬਸਤੇ 'ਚ ਹੈ। ਕਿੰਨੀ ਕੁ ਦੇਰ ਕੀ ਅਸੀਂ ਕਿੰਨੀ ਵਾਰੀ ਲਿਖ ਲਾਂਗੇ? 2 ਵਾਰ ਤੋਂ ਵੱਧ ਲਿਖਦੇ ਆ ਨਾ, ਅਗਲੇ ਕਹਿੰਦੇ ਪਰਸਨਲ ਇੰਟਰਸਟ ਹੋਊਗਾ ਕੋਈ ਤਾਂ ਬਾਰ-ਬਾਰ ਲਿਖਦੇ ਪਿਆ ਜੀ, ਕਿਉਂਕਿ ਦੂਸਰੇ ਬੰਦੇ ਨੂੰ ਤਾਂ ਬੜਾ ਈਜ਼ੀਲੀ ਆਪਾਂ ਟਾਰਗੇਟ ਕਰ ਲੈਂਦੇ ਆ। ਲੇਕਿਨ ਕਿਉਂਕਿ ਇਹ ਜਿਹੜਾ ਮਾਧਿਅਮ ਹੈਗਾ, ਇਹਦੇ ਨਾਲ ਭਾਵੇਂ ਮੈਂ ਰੋਜ਼ ਤੁਹਾਡੇ ਨਾਲ ਟਾਈ ਅਪ ਕਰ ਸਕਾਂ, ਇਹਦੇ ਨਾਲ ਮੇਰੇ ਤੇ ਕੋਈ ਆਰੋਪ ਨਹੀਂ ਲੱਗ ਸਕਦੇ ਜਿਹੜੇ ਲਗਾਏ ਜਾਂਦੇ ਨੇ ਅਕਸਰ। ਹੁਣ ਬੜੀ ਮਜ਼ੇਦਾਰ ਗੱਲ ਦੱਸਦੇ ਆ, ਇਹ ਜਿਹੜੇ ਇੱਕ ਭਾਈ ਸਾਹਿਬ ਦਾ ਇੰਤਕਾਲ ਮਨਜ਼ੂਰ ਕਰਕੇ 3 ਮਹੀਨੇ ਬਾਅਦ ਤੋੜਤਾ ਗਿਆ, ਇਹ ਜਿਹੜੀ 8 ਕਨਾਲ ਵਾਲੀ ਜ਼ਮੀਨ ਹੈ, ਇਹਦੇ 'ਚ ਦੱਸਦੇ ਨੇ ਕਿ ਇਹਨਾਂ ਨੇ ਇੱਕ ਕੰਪਲੇਂਟ ਫਾਈਲ ਕੀਤੀ DC ਨੂੰ। ਉਹ DC 'ਚ ਉਹਨਾਂ ਨੇ ਕੰਪਲੇਂਟ 'ਚ ਉਹਨਾਂ ਨੇ DC ਨੂੰ ਕਿਹਾ ਕਿ ਆਹ ਵਾਲਾ ਤਹਿਸੀਲਦਾਰ ਜਿਹਨੇ ਪਹਿਲਾਂ ਇੰਤਕਾਲ ਮਨਜ਼ੂਰ ਕੀਤਾ, ਫਿਰ ਇੰਤਕਾਲ ਆਪ ਹੀ ਤੋੜ ਦਿੱਤਾ, ਆਪ ਹੀ ਚਿੜੀਓ ਜਾਗੋ, ਆਪ ਹੀ ਚਿੜੀਓ ਮਰ ਜਾਓ, ਇਹਨੇ ਸਾਡੇ ਕੋਲੋਂ 1 ਏਕੜ ਦੇ ਕਰੀਬ ਜਗ੍ਹਾ ਆਪਣੇ ਡਰਾਈਵਰ ਦੇ ਨਾਮ ਤੇ ਰਜਿਸਟਰੀ ਕਰਾਈ ਸੀ।
ਔਰ ਉਸ ਤੋਂ ਇਲਾਵਾ ਇੰਤਕਾਲ ਮਨਜ਼ੂਰ ਕਰਨ ਦੇ ਲਈ ਲੱਖਾਂ ਰੁਪਏ ਲੀਤੇ ਸੀਗੇ। ਇਹ ਕੰਪਲੇਂਟ ਜਦੋਂ ਫਾਈਲ ਕਰਦੇ ਨੇ DC, ਉਹ ਕੰਪਲੇਂਟ ਇਸੇ SDM ਨੂੰ ਭੇਜ ਦਿੰਦਾ ਵਾ, ਜਿਹੜੇ SDM ਨੇ ਇਹ ਇਨਕੁਆਇਰੀ ਕੀਤੀ ਹੈ। ਇਹ SDM ਸਾਹਿਬ ਇਖਲਾਕੀ, ਇਹਨਾਂ ਦੀ ਆਤਮਾ ਜਿੰਦਾ ਹੈਗੀ ਹੈ। ਇਹ ਕਿਉਂਕਿ ਮੈਂ ਜਿਹੜਾ ਚੂੜਪੁਰ ਵਾਲਾ ਵਾ ਸਕੈਮ, ਉਹ ਵੀ ਇਹਨਾਂ ਕੋਲੋਂ ਕਢਵਾਇਆ ਸੀਗਾ, ਇਹਨਾਂ ਨੇ ਉੱਤੇ ਇਨਕੁਆਇਰੀ ਕੀਤੀ ਹੋਈ ਹੈ। ਮੈਂ 4-5 ਸਕੈਮ ਇਹਨਾਂ ਦੀ ਟਨਿਓਰ 'ਚ ਕੱਢੇ, ਇਹਨਾਂ ਨੇ ਉਹਨਾਂ ਨੂੰ ਸਾਰਿਆਂ ਤੇ ਜਸਟਿਸ ਤੇ ਪਹੁੰਚਾਇਆ। ਉਹ ਜਾਂਚ ਕਰਦੇ ਨੇ, ਉਹ ਮੇਰੇ ਕੋਲ ਜਾਂਚ ਰਿਪੋਰਟ ਨਹੀਂ ਆਈ ਹੈ, ਨਹੀਂ ਤਾਂ ਮੈਂ ਤੁਹਾਨੂੰ ਤਹਿਸੀਲਦਾਰ ਦਾ ਸਾਰਿਆਂ ਦਾ ਨਾਮ ਦੱਸਣਾ ਸੀਗਾ। 1-2 ਦਿਨ 'ਚ ਆ ਜਾਊਗੀ, ਫਿਰ ਦੱਸੂਗਾ ਤੁਹਾਨੂੰ ਵਿਦ ਐਵੀਡੈਂਸ ਸਾਰਾ। ਮੋਟਾ ਸਮਝਾ ਦੇਣਾ ਹੋਇਆ ਕੀ। SDM ਸਾਹਿਬ ਨੇ ਜਾਂਚ ਕੀਤੀ। ਜਾਂਚ ਦੇ ਵਿੱਚ ਜਿਹੜੇ ਬੰਦੇ ਦੇ ਨਾਮ ਤੇ ਉਹ ਕੰਪਲੇਂਟਰ ਨੇ ਸ਼ਿਕਾਇਤ ਕੀਤੀ ਕਿ ਆਹ ਡਰਾਈਵਰ ਹੈ, ਇਹ ਤਹਿਸੀਲਦਾਰ ਦਾ, ਇਸ ਡਰਾਈਵਰ ਦੇ ਨਾਮ ਤੇ ਸਾਡੇ ਕੋਲੋਂ 1 ਕਿੱਲਾ ਜਗ੍ਹਾ ਲਿੱਤੀ ਗਈ, ਇੰਨੇ ਲੱਖ ਰੁਪਈਆ ਲਿੱਤਾ ਗਿਆ, ਔਰ ਬਾਵਜੂਦ ਇਸ ਦੇ, ਹਾਲਾਂਕਿ ਉਹ ਰੋਲਾ ਨਾ ਪਾਉਂਦਾ ਜੇ ਤਹਿਸੀਲਦਾਰ ਸਾਹਿਬ ਬਾਅਦ ਚੋਂ ਇੰਤਕਾਲ ਆਪ ਹੀ ਨਾ ਤੋੜਦੇ, ਲੇਕਿਨ ਤਹਿਸੀਲਦਾਰ ਸਾਹਿਬ ਸਿਆਣੇ ਸੀ, ਉਹਨਾਂ ਨੂੰ ਪਤਾ ਸੀ ਲੋਹ ਲੰਗਰ ਦੀ ਜਗ੍ਹਾ, ਇਹ ਦਾਨ ਦੀ ਜਗ੍ਹਾ, ਇਹ ਕਦੀ ਵੀ ਵਿਵਾਦ ਖੜਾ ਹੋ ਸਕਦਾ। ਮੈਂ ਪਹਿਲੇ ਕਹੂੰਗਾ ਕਿ ਲੋਟ ਆਫ ਐਕਸਕਿਊਜ਼ਸ ਹੁੰਦੀਆਂ ਕਿ ਗਲਤੀ ਨਾਲ ਹੋ ਗਿਆ ਜੀ ਇੰਤਕਾਲ, ਜਦੋਂ ਮੈਨੂੰ ਪਤਾ ਲੱਗਿਆ ਜੀ ਇਹ ਦਾਨ ਦੀ ਜਗ੍ਹਾ, ਮੈਂ ਤਾਂ ਰੱਦ ਕਰਤਾ, ਪਰ ਉਹ ਇਹ ਭੁੱਲ ਗਏ ਕਿ ਮੈਂ ਆਪਣੇ ਡਰਾਈਵਰ ਦੇ ਨਾਮ ਤੇ ਜਗ੍ਹਾ ਲੈ ਰਿਹਾ। SDM ਸਾਹਿਬ ਨੇ ਜਦੋਂ ਜਾਂਚ ਸ਼ੁਰੂ ਕੀਤੀ, ਉਹ ਜਾਂਚ ਰਿਪੋਰਟ ਦੇ ਵਿੱਚ ਤਹਿਸੀਲਦਾਰ ਸਾਹਿਬ ਦੀ, ਉਹਨਾਂ ਦੇ ਡਰਾਈਵਰ ਦੀ ਫੋਨ ਕਨਵਰਸੇਸ਼ਨ, ਕਾਲਿੰਗ, ਐਵਰੀ ਇੱਕ ਇੰਚ ਦਾ। ਇੱਦਾਂ ਪੁਲਿਸ ਵੀ, CBI ਵੀ ਇੱਦਾਂ ਦੀ ਇਨਵੈਸਟੀਗੇਸ਼ਨ ਨਹੀਂ ਕਰਦੀ ਹੋਣੀ ਜਿੱਦਾਂ ਦੀ ਇਸ SDM ਨੇ PCS ਅਧਿਕਾਰੀ ਨੇ ਕੀਤੀ। ਔਰ ਉਹਨੇ ਇੱਕ ਪੁਆਇੰਟ ਟੂ ਪੁਆਇੰਟ ਜੋੜ ਕੇ ਰੱਖ ਦਿੱਤਾ, ਇਹ ਚੀਜ਼ ਸਾਬਤ ਕਰ ਦਿੱਤੀ ਕਿ ਦਾਨ ਦੀ ਜਗ੍ਹਾ ਦਾ ਜਾਲੀ, ਝੂਠਾ, ਫਰਜ਼ੀ ਇੰਤਕਾਲ ਚੜਾਉਣ ਵਾਲੇ ਤਹਿਸੀਲਦਾਰ ਨੇ, ਆਹ ਵਾਲੇ ਆਪਣੇ ਡਰਾਈਵਰ ਦੇ ਨਾਮ ਤੇ, ਆਹ ਜਿਹੜਾ ਕੰਪਲੇਂਟਡ ਹੈ ਜਿਹਨੇ ਆਪ ਵੀ ਰੱਬ ਦੇ ਨਾਲ ਧੋਖਾ ਕੀਤਾ ਸੀ, ਨਾ ਸਿਰਫ ਉਹਦੇ ਕੋਲੋਂ ਲੱਖਾਂ ਰੁਪਈਏ ਲਿੱਤੇ, ਨਾ ਸਿਰਫ ਡਰਾਈਵਰ ਦੇ ਨਾਮ ਤੇ ਜਗ੍ਹਾ ਲਿੱਤੀ, ਬਲਕਿ ਬਾਅਦ 'ਚ ਉਹਦਾ ਇੰਤਕਾਲ ਵੀ ਤੋੜਤਾ। ਇਹਨੂੰ ਇੱਕ ਪੁਆਇੰਟ ਬਾਈ ਪੁਆਇੰਟ ਉਹਨਾਂ ਨੇ ਕਲੀਅਰ ਕਰ ਦਿੱਤਾ। ਹੁਣ ਜਸਟਿਸ ਕੀ ਸੀਗਾ? ਜਸਟਿਸ ਹੈ ਬੰਦੀ ਸੀਗੀ ਇਮੀਡੀਏਟਲੀ ਤਹਿਸੀਲਦਾਰ ਤੇ FIR ਹੁੰਦੀ, ਡਰਾਈਵਰ ਤੇ FIR ਹੁੰਦੀ, ਕੰਪਲੇਂਟਡ ਜਿਹਦਾ ਆਰੋਪ ਪਹਿਲਾਂ ਸਾਬਤ ਹੋ ਚੁੱਕਿਆ ਪਹਿਲੀ ਰਿਪੋਰਟ 'ਚ, ਉਹਦੇ ਉੱਪਰ ਵੀ FIR ਹੁੰਦੀ, ਹੋਰ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਸੀ ਪਟਵਾਰੀ ਜਾਂ ਹੋਰ, ਉਹਨਾਂ ਤੇ ਵੀ FIR ਹੁੰਦੀ। ਲੇਕਿਨ ਹੋਇਆ ਕੀ, ਤਹਿਸੀਲਦਾਰ ਸਾਹਿਬ ਨੇ ਇੱਕ ਮੌਜੂਦਾ, ਹੁਣ ਇੱਥੇ ਸਾਡੇ ਹੈਗੇ ਨੇ ਅਫਸਰ ADC ਸਾਹਿਬ ਨੇ, ਇੱਕ ਉਹਨਾਂ ਦੇ ਨਾਲ ਗੰਢ ਤੁੱਪ ਕੀਤੀ। ਉਹਨੂੰ ਸਰਦਾਰ ਜੀ ਨੂੰ, ਕੰਪਲੇਂਟਡ ਜੀ ਨੂੰ ਸਮਝਾਇਆ ਕਿ ਜੇ ਮੈਂ ਮਰਾਂਗਾ ਬਚੇਗਾ ਤੂੰ ਵੀ ਨਹੀਂ, ਇਹ ਮੁਰਦੇ ਗੱਡੇ ਰਹਿਣ ਦੀਏ, ਜੇ ਆਪਾਂ ਇਹਨਾਂ ਨੂੰ ਪੁੱਟਾਂਗੇ ਤਾਂ ਮੇਰੇ ਨਾਲ ਤੂੰ ਵੀ ਬਲੀ ਚੜੇਗਾ। ਜਾਂ ਉਹਨਾਂ ਨੂੰ ਕਿਸੇ ਪੋਲੀਟੀਕਲ ਸਿਸਟਮ ਤੋਂ ਦਬਾ ਲਿਆ, ਕਿਉਂਕਿ ਤਾਕਤਵਰ ਰੂਲਿੰਗ ਪਾਰਟੀ ਦੇ ਲੀਡਰ ਉਹਨਾਂ ਦੀ ਪਿੱਠ ਤੇ ਖੜੇ ਸੀ। ਉਹਨਾਂ ਦੇ ਇੰਟਰਸਟ ਦੇ ਨਾਲ, ਉਹਨਾਂ ਦੀ ਅੰਡਰਸਟੈਂਡਿੰਗ ਦੇ ਨਾਲ ਇਹ ਸਾਰਾ ਜਿਹੜਾ ਦਾਨ ਦੀ ਜ਼ਮੀਨ ਨੂੰ ਹੜਪਣ ਦਾ ਕਾਰੋਬਾਰ ਹੈ, ਇਹ ਸਾਰਾ ਉਹਨਾਂ ਦੀ ਬਿਹਾਈਂਡ ਦਾ ਕਰਟਨ ਰਹਿ ਕੇ ਉਹ ਆਸ਼ੀਰਵਾਦ ਦੇ ਕੇ ਕਰਵਾ ਰਹੇ ਸੀਗੇ, ਸਮਾਨ ਲੈ ਰਹੇ ਸੀਗੇ। ਹੁਣ ਹੋਇਆ ਕੀ ਜੀ, ਇੱਕ ਤਹਿਸੀਲਦਾਰ ਦੇ ਖਿਲਾਫ ਲੱਗੇ ਹੋਏ ਕਰਪਸ਼ਨ ਦੇ ਸੰਗੀਨ ਆਰੋਪ SDM ਆਪਣੀ ਜਾਂਚ 'ਚ ਪਿਨ ਪੁਆਇੰਟ ਇੱਕਦਮ ਕਲੀਅਰ ਕੱਟ ਸਾਬਿਤ ਕਰ ਦਿੰਦਾ, ਔਰ ਉਹ ਫਾਈਲ ਦੇ ਉੱਪਰ ਡਿਪਟੀ ਕਮਿਸ਼ਨਰ FIR ਕਰਨ ਦੀ ਬਜਾਏ, ਉਹ ਤਹਿਸੀਲਦਾਰ ਦੇ ਉੱਪਰ ਐਕਸ਼ਨ ਲੈਣ ਦੀ ਬਜਾਏ, ਡਰਾਈਵਰ ਤੇ ਪੁਲਿਸ ਤੇ ਪਰਚਾ ਕਰਾਉਣ ਦੀ ਬਜਾਏ, ਉਹਨੂੰ ਕੰਪਲੇਂਟਡ ਨੂੰ ਮਨਾ ਲੈਂਦੇ ਨੇ। ਕੰਪਲੇਂਟਡ ਸਾਹਿਬ ਇੱਕ ADC ਸਾਹਿਬ ਦੇ ਕੋਲ ਜਾ ਕੇ ਉਹ ਫਾਈਲ ਇਨਫਲੂਜਨ ਨਾਲ, ਪ੍ਰਭਾਵ ਦੇ ਨਾਲ DC ਤੋਂ ਉੱਥੇ ਪਹੁੰਚ ਜਾਂਦੀ ਹੈ, ਔਰ ਉਹ ADC ਸਾਹਿਬ ਦੋਸ਼ ਸਾਬਤ ਹੋਏ ਸਰਕਾਰ ਦੇ ਰਿਕਾਰਡ ਦੇ ਵਿੱਚ ਫਾਈਲ ਕਰ ਦਿੰਦੇ ਆ ਕੰਪਲੇਂਟ ਨੂੰ। ਮੰਨਦੇ ਹੋ ਤੁਸੀਂ? ਦੋਸ਼ ਸਾਬਤ ਮਤਲਬ
ਕਤਲ ਹੋ ਗਿਆ, ਕਤਲ ਕਰਨ ਵਾਲਾ ਫੜ ਲਿਆ, ਉਹਦੇ ਖਿਲਾਫ ਐਵੀਡੈਂਸ ਸਾਰੇ ਮਿਲ ਗਏ, ਚਲਾਨ ਕੋਰਟ 'ਚ ਪੇਸ਼ ਕਰਤਾ, ਲੇਕਿਨ ਉਹਨੇ ਕਿਹਾ ਕਿ ਜੀ ਕੰਪਲੇਂਟਡ ਨੂੰ ਉਹਨੇ ਮਨਾ ਲਿਆ, ਇਸ ਕਰਕੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਇਹ ਕੀਤਾ, ਇਹ ਸਾਡਾ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਫਾਈਲਾਂ, ਹੌਲੀ ਹੌਲੀ ਸਾਰੀਆਂ ਤੁਹਾਨੂੰ ਦੱਸੂਗਾ, ਕਿਉਂਕਿ ਤੁਸੀਂ ਜਿਹੜਾ ਜਸਟਿਸ ਜਨਤਾ ਆਪਣੀ ਆਵਾਜ਼ ਦੇ ਨਾਲ ਕਰਾ ਸਕਦੀ ਹੈ ਨਾ, ਉਹ ਨਹੀਂ ਤਾਂ ਇਹ ਤਾਂ ਫਾਈਲਾਂ ਦੱਬੀਆਂ ਹੋਈਆਂ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਇੱਥੇ ਇੱਦਾਂ ਦੀਆਂ ਫਾਈਲਾਂ ਜਿਹੜੀਆਂ ਚੋਰੀ ਹੋ ਗਈਆਂ ਹੋਈਆਂ, ਜਿਹਦੇ ਵਿੱਚ DRO ਬਣ ਚੁੱਕੇ, ਤਹਿਸੀਲਦਾਰ DRO ਬਣ ਗਿਆ, ਉਹਦੇ ਦੇ ਖਿਲਾਫ ਸਿੱਧਾ ਪਰਚਾ ਦਰਜ ਕਰਨ ਲਈ IAS ਅਫਸਰ ਨੇ ਲਿਖਿਆ ਹੋਇਆ, ਉਹ ਫਾਈਲ ਹੀ ਚੋਰੀ ਹੋ ਗਈ ਹੋਈ ਹੈ, ਰਜਿਸਟਰੀ ਚੋਰੀ ਹੋ ਗਈ ਸੀ ਇੱਥੋਂ ਅੰਦਰੋਂ। ਇਹ ਬਹੁਤ ਸਾਰੀ ਚੀਜ਼ਾਂ 1 ਬਾਈ 1 ਤੁਹਾਨੂੰ ਦੱਸਾਂਗੇ। ਇਹ ਹੁਣ ਜਿਹੜਾ ਲੋਹ ਲੰਗਰ ਦੀ ਜ਼ਮੀਨ ਦਾ ਸਕੈਮ ਹੈਗਾ, ਇਹਦੇ 'ਚ ਜਿਹੜਾ ਸਕੈਮ ਕਰਨ ਵਾਲਾ ਤਹਿਸੀਲਦਾਰ ਹੈ, ਉਹਦਾ ਡਰਾਈਵਰ ਕੌਣ ਹੈ, ਜਿਹੜਾ ਰੈਵਨਿਊ ਦਾਨ ਦੀ ਜ਼ਮੀਨ ਨੂੰ ਹੜਪਣ ਵਾਲੇ ਕਿਹੜੇ ਕਿਹੜੇ ਮਗਰਮੱਛ ਨੇ ਔਰ ਕਿਹੜੇ ADC ਨੇ, ਦੋਸ਼ ਸਾਬਤ ਹੋਣ ਦੇ ਬਾਵਜੂਦ ਸਮਝੌਤਾ ਕਰਕੇ ਫਾਈਲ ਨੂੰ ਦਬਾ ਦਿੱਤਾ ਵੈ। ਇਹਨਾਂ ਸਾਰਿਆਂ ਦੇ ਨਾਮ ਵੀ ਤੁਹਾਨੂੰ ਜਿਸ ਦਿਨ ਮੈਨੂੰ ਇਹ ਰਿਪੋਰਟ ਅਗਲੀ ਮਿਲਦੀ ਹੈ, ਮੈਂ ਤੁਹਾਨੂੰ ਦੱਸਾਂਗਾ, ਤੁਹਾਡੇ ਸਾਹਮਣੇ ਡਿਸਕਸ ਕਰਾਂਗਾ। ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਊਗਾ। ਲਾਈਵ ਆਪਣੇ ਕਮੈਂਟਸ ਦਿਆ ਕਰੋ, ਕਿਉਂਕਿ ਕਮੈਂਟਸ ਨਾਲ ਨਾ ਬੰਦਾ ਹੋਰ ਸਟਰੋਂਗ ਬੰਦਾ ਹੁੰਦਾ, ਤਾਕਤ ਹੋਰ ਮਿਲਦੀ ਹੈ ਕਿ ਆਪਾਂ ਯਾਰ ਅਗਰ ਕੁਝ ਕਰ ਸਕਦੇ ਹਾਂ ਸਮਾਜ ਦੇ ਲਈ ਤਾਂ ਜ਼ਰੂਰ ਕਰੀਏ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਦੱਬੀਆਂ ਗਈਆਂ ਹੋਈਆਂ, ਇਹਨਾਂ ਨੂੰ ਜ਼ਰੂਰ ਬਾਹਰ ਲਿਆ ਕੇ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ, ਜਨਤਾ ਜਨਾਰਦਨ ਨੂੰ, ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਜਾਂ ਪ੍ਰਮਾਤਮਾ ਦੀ ਅਦਾਲਤ ਹੈ, ਪਰ ਇੱਥੇ ਤਾਂ ਪ੍ਰਮਾਤਮਾ ਨੂੰ ਹੀ ਤੁਸੀਂ ਦੇਖੋ ਇਹ ਕਿਸ ਤਰ੍ਹਾਂ। ਇਹ ਤਹਿਸੀਲਦਾਰ ਸਾਹਿਬ ਰਿਟਾਇਰ ਹੋ ਚੁੱਕੇ ਆ ਪੂਰੇ ਇੱਜ਼ਤ ਦੇ ਨਾਲ, ਔਰ ਟਿਕਟ ਲੈ ਕੇ ਇਲੈਕਸ਼ਨ ਵੀ ਲੜ ਚੁੱਕੇ ਹੋਏ ਨੇ। ਇੱਥੋਂ ਤੁਸੀਂ ਹੱਲ ਕਰ, ਲੇਕਿਨ ਦੇਰ ਨਹੀਂ ਹੈ, ਲੜਾਈ ਮੈਂ ਸ਼ੁਰੂ ਕੀਤੀ ਹੈ, ਤੁਸੀਂ ਮੇਰਾ ਸਾਥ ਦਿਓਗੇ ਉਮੀਦ ਕਰਦਾ। ਇਹਨੂੰ ਸ਼ੇਅਰ ਜ਼ਰੂਰ ਕਰੋ, ਕਿਉਂਕਿ ਜਿੰਨੇ ਜ਼ਿਆਦਾ ਅੱਗੇ ਤੋਂ ਅੱਗੇ ਆਪਣੇ ਕਨੈਕਸ਼ਨ 'ਚ ਜਾਏਗੀ, ਇਹ ਮੇਰੀ ਲਾਈਵ ਹੋ ਸਕਦਾ ਹੈ ਕਿ ਸਹੀ ਟਿਕਾਣੇ ਤੇ ਪਹੁੰਚ ਜਾਵੇ, ਜਿੱਥੋਂ ਇਹ ਕੱਲ ਨੂੰ ਇਹ ਫਾਈਲ ਕਢਵਾ ਕੇ ਉਹ ਕਹਿਣ ਵੀ ਲਿਆਓ ਵੀ ADC ਸਾਹਿਬ ਵੀ ਤੁਸੀਂ ਇਹ ਦੋਸ਼ ਸਾਬਤ ਹੋਣ ਤੋਂ, ਇੰਨੇ ਵੱਡੇ ਦੋਸ਼ੀ ਤਾਂ ਇਹ ਤਹਿਸੀਲਦਾਰ ਤੇ ਲੈਂਡ ਮਾਫੀਆ ਨਹੀਂ ਹੈਗੇ, ਜਿੰਨੇ ਵੱਡੇ ਦੋਸ਼ੀ ਉਹ ADC ਸਾਹਿਬ ਨੇ, ਜਿਹੜੇ ਮੌਜੂਦਾ ਵੀ ਬੈਠੇ ਹੋਏ ਨੇ ਹਲੇ ਜ਼ਿਲ੍ਹੇ 'ਚ, ਔਰ ਉਹਨਾਂ ਨੇ ਇਸ ਗਰਾਊਂਡ ਦੇ ਉੱਪਰ ਇਹ ਰਿਪੋਰਟ ਨੂੰ ਦਾਖਲ ਦਫ਼ਤਰ ਕਰਤਾ ਕਿ ਕੰਪਲੇਂਟਡ ਵਿਡਰਾ ਕਰ ਗਿਆ। ਕੰਪਲੇਂਟਡ ਵਿਡਰਾ ਕਰ ਗਏ ਤਾਂ ਸਰਕਾਰ ਦੇ ਨਾਲ ਤੇ ਦਾਨ ਦੀ ਜਗ੍ਹਾ ਦੇ ਨਾਲ ਰੈਵਨਿਊ ਰਿਕਾਰਡ 'ਚ ਸਕੈਮ ਕੀਤਾ ਗਿਆ। ਇਹਨੂੰ ਕਿੱਦਾਂ, ਹਾਂ ਮੈਂ ਤੁਹਾਡੇ ਤੇ ਕੰਪਲੇਂਟ ਦੇਵਾਂ ਕਿ ਤੁਸੀਂ ਮੇਰੇ ਕੋਲ 5 ਲੱਖ 10 ਲੱਖ ਜਾਂ ਕੋਈ ਮੈਨੂੰ ਗਾਲਾਂ ਕੱਢੀਆਂ, ਉਹ ਮੈਂ ਵਿਡਰਾ ਕਰ ਲਾਂ, ਲੇਕਿਨ ਜਿਹੜੀ ਚੀਜ਼ ਸਾਬਤ ਹੋ ਗਈ ਕਿ ਰੈਵਨਿਊ ਰਿਕਾਰਡ 'ਚ ਵੀ ਉਹ ਝੋਲ ਕੀਤਾ ਗਿਆ, ਦਾਨ ਦੀ ਜਗ੍ਹਾ, ਗੁਰੂ ਘਰ ਦੀ ਜਗ੍ਹਾ ਵੇਚੀ ਗਈ ਹੈ, ਜਗ੍ਹਾ ਵੀ ਉੱਥੇ ਹੀ ਪਈ ਹੈ, ਉਹਦੇ ਰੈਵਨਿਊ ਰਿਕਾਰਡ 'ਚ ਰਿਕਾਰਡ ਅਵੇਲੇਬਲ ਹੈ, ਉਸ ਦੇ ਬਾਵਜੂਦ ਉਹ ADC ਸਾਹਿਬ ਕੋਲ ਕਿਹੜਾ ਅਧਿਕਾਰ ਹੈ? ਮੈਂ ਨਾ PCS ਦੀ ਲਾਅ ਬੁੱਕ ਦੇ ਵਿੱਚ, ਨਾ ਮੈਨੂੰ ਅੱਜ ਤੱਕ ਜੋ ਮੇਰਾ 22 ਸਾਲ ਦਾ ਤਜਰਬਾ ਹੈ, ਮੈਨੂੰ ਇੱਦਾਂ ਦਾ, ਕਿਉਂਕਿ ਮੈਂ ਬਹੁਤ ਸਾਰੇ ਰਿਟਾਇਰਡ ਆਫੀਸਰਸ ਦੇ ਨਾਲ IAS ਤੇ ਜਾਂ PCS ਦੇ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਕਿਸੇ ਕੋਲੇ ਇਹ ਪਾਵਰ ਨਹੀਂ ਹੈ ਵੀ ਉਹ ਇੱਕ ਕੰਪਲੀਟ ਹੋਈ ਜਾਂਚ ਨੂੰ ਇਸ ਆਧਾਰ ਦੇ ਉੱਪਰ, ਉਹਦੇ ਕੋਲ ਕੋਈ ਪਾਵਰ ਹੀ ਨਹੀਂ ਵੀ ਇਸ ਆਧਾਰ ਦੇ ਉੱਪਰ ਦਾਖਲ ਦਫ਼ਤਰ ਕਰਦੇ ਕਿ ਕੰਪਲੇਂਟਡ ਵਿਡਰਾ ਕਰ ਗਿਆ, ਕਿਉਂਕਿ ਕੰਪਲੇਂਟਡ ਹੀ ਵਾਜ਼ ਆਲਸੋ ਇਨਵੋਲਵਡ ਇਨ ਦਿਸ ਸਕੈਮ। ਤੇ ਮੈਂ ਸਮਝਦਾ ਕਿ ਤੁਸੀਂ ਸਾਰਿਆਂ ਨੂੰ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ, ਇਹਦੇ ਤੇ ਆਪਣੇ ਕਮੈਂਟ ਦਿਓ, ਇਹਨੂੰ ਸ਼ੇਅਰ ਕਰੋ। ਬੜੀ ਜਲਦੀ ਸਾਰਿਆਂ ਦੇ ਨਾਮ ਦੇ ਨਾਲ ਤੁਹਾਨੂੰ ਮਿਲੂੰਗਾ, ਕਿਉਂਕਿ ਅਗਲੀ ਰਿਪੋਰਟ ਜਿਹੜੀ ਹੈ ਦਾਖਲ ਦਫ਼ਤਰ ਵਾਲੀ, ਇਹ ਮੈਂ ਤਲਾਸ਼ ਕਰ ਰਿਹਾ, ਜੇ ਮਿਲ ਜਾਏਗੀ ਤੁਹਾਡੇ ਨਾਲ ਗੱਲ ਕਰਾਂਗੇ। ਜੈ ਹਿੰਦ।